के असी गुरु साहब की जिहड़ी बाणी आ ते जिवें लिखी गई आ उन्होंने उस तरह ही पढ़ना है ना। इन्हां लगा मात्रा दे सारियां दे प्रोफैसर साहब जी ने वखरे वखरे हथ दिते आ कि इत्थे सिहारी लगी होवे, नानक नूं सिहारी लगी कक्के नूं तां उहदा की मतलब आ, जे कक्के नूं औंकड़ लगा की मतलब आ, जे कल्ला नानक आ उहदा की मतलब आ। ये सारियां जिहड़े लगा मात्रा ये बेलोड़ियां नहीं, इन्हां सारियां दे अर्थ आ वखरे वखरे। ये वखरी गल है कि सानू उन्हां अर्थां दा ज्ञान नहीं ते असीं अनजान पुणे च कई वारी लगा मात्रा छड्ड जाने आ। ते गुरु साहब कहंदे पंजवें, नानक गुर की मूरत मन में ध्यान। गुर की मूरत का की मतलब है? गुरु साहब दी मूरतां नहीं जां उन्हां दी फोटो नहीं, गुर की मूरत का मतलब है गुरु दे शब्द आ जिहड़े गुरबाणी दे विच लिखे गए आ गुरु ग्रंथ साहब दे विच। ते यही जिहड़े गुरु दी मूरत आ ते इन्हां नूं आपां सही उचारण करना। जिस तरह आपां वाहिगुरू बोलदे आ है ना, वाहिगुरू बोलदे आ तो वाहिगुरू दी जे आपां अखां बंद करके भी सिमरन करदे वाहिगुरू दा ते वाहिगुरू दे शब्दां दी तस्वीर साडे सामने बन जावे। वावे नूं कन्ना, हाहे नूं सिहारी, गग्गे नूं औंकड़, राड़े नूं दलैंकड़े, वो साडियां अखां दे सामने, बंद अखां दे सामने भी वाहिगुरू दी तस्वीर आ जावे। ते सरदार हरदयाल सिंह IAS रिटायर्ड चंडीगढ़ तो वो कहंदे हुंदे आ कि जदों तुसीं वाहिगुरू शब्द बोलो इन्ना प्रेम च भेज के बोलो कि वो वाहिगुरू तुहाडियां बंद अखां नाल तुसीं सिमरन कर रहे आ तां भी तुहाडियां अखां दे अगे वाहिगुरू शब्द आ जावे, कन्नां राहीं सुणे ते जबान तिन्नां ते इकट्ठा आवे। जबान राहीं बोलदे आ, उसे नूं कन्नां राहीं सुनना भी आ ते वो तुहाडियां अखां दे सामने भी प्रगट हो जावे। सो आपां गुरबाणी इस तरह पढ़ीए कि ਉਹਦੇ ਜਿਹੜੇ ਸ਼ਬਦ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋ ਜਾਣ। ਤੇ ਜੇ ਮੂੰਹ ਜਵਾਨੀ ਵੀ ਪੜ੍ਹਦੇ ਆ ਤਾਂ ਵੀ ਆਪਾਂ ਜਿੱਥੋਂ ਕਿਤੋਂ ਯਾਦ ਕੀਤੀ ਆ ਗੁਰਬਾਣੀ, ਜਿਸ ਗੁਟਕਾ ਸਾਹਿਬ ਤੋਂ ਜਾਂ ਜਿਸ ਪੋਥੀ ਤੋਂ ਯਾਦ ਕੀਤੀ ਆ, ਉਹ ਪੋਥੀ ਦਾ ਉਹ ਸਫਾ ਆਪਣੇ ਸਾਹਮਣੇ ਖੁੱਲ ਜਾਵੇ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਪਤਾ ਆਪਾਂ ਪੇਪਰਾਂ ਦੀ ਤਿਆਰੀ ਕਰੀਦੀ ਸੀ ਤੇ ਉਹ ਸਫਾ ਕਿੰਨੀ ਕਿੰਨੀ ਵਾਰੀ ਇੱਕ ਪੇਜ ਪੜ੍ਹੀਦਾ ਸੀ। ਕੋਈ ਹਿਸਟਰੀ ਦਾ ਕੋਈ ਕੁਐਸਚਨ ਤਿਆਰ ਕਰ ਰਹੇ ਆ ਤੇ ਉਹ ਜਦੋਂ ਪੇਪਰਾਂ 'ਚ ਲਿਖਣ ਲੱਗੀਦਾ ਸੀ ਤਾਂ ਉਹ ਪੰਨੇ ਸਾਡੇ ਅੱਗੇ ਜਿਵੇਂ ਖੁੱਲ ਜਾਂਦੇ ਸੀ, ਹੈਨਾ। ਇਸੇ ਤਰ੍ਹਾਂ ਆਪਾਂ ਗੁਰਬਾਣੀ ਨੂੰ ਪੜ੍ਹੀਏ ਕਿ ਕੀ ਚੱਕਰ ਸੀ ਕਿ ਸਾਡੇ ਅੱਗੇ ਉਹ ਗੁਰਬਾਣੀ ਦੀ ਉਹ ਤਸਵੀਰ ਬਣ ਜਾਵੇ ਗੁਰਬਾਣੀ ਦੇ ਅੱਖਰਾਂ ਦੀ। ਤੇ ਇਸ ਤਰ੍ਹਾਂ ਆਪਾਂ ਧਿਆਨ ਦੇ ਨਾਲ ਪੜ੍ਹਨਾ। ਇਹਦੇ ਨਾਲ ਕਈ ਫਾਇਦੇ ਹੁੰਦੇ ਆ ਜਦੋਂ ਆਪਾਂ ਧਿਆਨ ਦੇ ਨਾਲ ਸਹੀ ਉਚਾਰਨ ਨਾਲ ਗੁਰਬਾਣੀ ਪੜ੍ਹਦੇ ਆ। ਇੱਕ ਤਾਂ ਸਾਡਾ ਮਨ ਜਿਹੜਾ ਆ ਉਹ ਕਿਤੇ ਭੱਜਦਾ ਨਹੀਂ, ਆਪਾਂ ਗੁਰਬਾਣੀ ਦੇ ਅੱਖਰਾਂ ਵੱਲ ਧਿਆਨ ਦੇਵਾਂਗੇ, ਲਗਾ ਮਾਤਰਾ ਵੱਲ ਧਿਆਨ ਦੇਵਾਂਗੇ। ਤੇ ਦੂਸਰਾ ਇਹਦੇ ਅਰਥ ਸਮਝਣੇ ਸੌਖੇ ਹੋ ਜਾਂਦੇ ਆ। ਤੀਸਰਾ ਮੈਨੂੰ ਇੱਕ ਹੋਰ ਲੱਗਦਾ ਕਿ ਆਪਾਂ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ, ਹਨਾ। ਜਿਵੇਂ ਉਹਨਾਂ ਨੇ ਗੁਰਬਾਣੀ ਲਿਖੀ ਹੈ, ਜੇ ਆਪਾਂ ਉਹਦਾ ਸਹੀ ਉਚਾਰਨ ਕਰਦੇ ਹਾਂ ਤਾਂ ਆਪਾਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹਾਂ। ਇੱਕ ਵਾਰੀ ਮੈਨੂੰ ਟੋਰਾਂਟੋ ਕਿਸੇ ਨੇ ਕਿਹਾ ਸੀ ਕਿ ਤੁਸੀਂ ਕਹਿੰਦੇ ਆ ਸਹੀ ਉਚਾਰਨ ਤੇ ਜ਼ੋਰ ਦਿੰਦੇ ਆ ਤੁਹਾਡੇ ਸਮਾਗਮਾਂ 'ਚ, ਤੇ ਕੀ ਫਰਕ ਪੈਂਦਾ ਜੇ ਕੋਈ ਲਗਾ ਮਾਤਰਾ ਘੱਟ ਵੱਧ ਵੀ ਪੜ੍ਹੀ ਗਈ। ਤੇ ਮੈਂ ਉਹਨੂੰ ਇਹ ਕਿਹਾ ਸੀ ਕਿ ਜੇ ਸਾਡੇ ਨਾਮ ਦੀ ਕੋਈ ਜਿਹੜੀ ਲਗਾ ਮਾਤਰਾ ਕੋਈ ਘੱਟ ਵੱਧ ਪੜ੍ਹੇ, ਜਿਵੇਂ ਹੁਣ ਮੇਰਾ ਨਾਮ ਗੁਰਦੀਸ਼ ਆ, ਕੋਈ ਗੁਰਦਿਸ਼ ਕਵੇ ਤੇ ਕਿੰਨਾ ਸਾਨੂੰ ਭੈੜਾ ਲੱਗਦਾ ਹੈ ਨਾ, ਬਿਹਾਰੀ ਦੀ ਸਿਹਾਰੀ ਬਣਾ ਦੇਵੇ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਵੀ ਕਿਹੜਾ ਖੁਸ਼ੀ ਹੁੰਦੀ ਹੋਏਗੀ ਜੇ ਅਸੀਂ ਗਲਤ ਗੁਰਬਾਣੀ ਪੜ੍ਹਦੇ ਹਾਂ। ਤੇ ਸੋ ਸਾਨੂੰ, ਮੈਨੂੰ ਲੱਗਦਾ ਕਿ ਸਾਨੂੰ ਗੁਰਬਾਣੀ ਦੇ ਅੱਖਰਾਂ ਦਾ, ਸ਼ਬਦਾਂ ਦਾ ਪੂਰਾ ਸਨਮਾਨ ਕਰਨਾ ਚਾਹੀਦਾ, ਉਹਨਾਂ ਲਗਾ ਮਾਤਰਾਂ ਦਾ ਵੀ ਪੂਰਾ ਉਸੇ ਤਰ੍ਹਾਂ ਹੀ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ। ਗੁਰੂ ਨਾਨਕ ਦੇਵ ਜੀ ਨੂੰ ਵੀ ਜਦੋਂ ਸਿੱਧਾ ਨੇ ਪੁੱਛਿਆ ਸੀ ਕਿ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਬਾਲਕੇ, ਉਹ ਤਾਂ ਬਾਲਕੇ ਕਹਿੰਦੇ ਸੀ, ਗੁਰੂ ਸਾਹਿਬ ਬੜੀ ਛੋਟੀ ਉਮਰ ਦੇ ਸੀ, 37-38 ਸਾਲ ਦੇ, ਤੇ ਉਹ ਬੜੀਆਂ ਲੰਬੀਆਂ ਉਮਰਾਂ ਉਹਨਾਂ ਨੇ ਪ੍ਰਾਣਾਯਾਮ ਦੇ ਨਾਲ ਕੀਤੀਆਂ ਹੋਈਆਂ ਸੀ ਜਿਹੜੇ ਸਿੱਧ ਸੀ। ਤੇ ਇਹਨਾਂ ਨੇ, ਗੁਰੂ ਸਾਹਿਬ ਨੇ ਉਦੋਂ ਕੀ ਜਵਾਬ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ? ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਦੇਵ ਜੀ ਦਾ ਵੀ ਗੁਰੂ ਸ਼ਬਦ ਹੀ ਸੀ। ਸੋ ਇਹਨਾਂ ਸ਼ਬਦਾਂ ਨੂੰ ਆਪਾਂ ਧਿਆਨ ਨਾਲ ਪੜ੍ਹਨਾ, ਪ੍ਰੇਮ ਨਾਲ ਪੜ੍ਹਨਾ ਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ ਜਿਹੜਾ ਜ਼ਰੂਰੀ ਆ। ਸ਼ਾਇਦ ਸੰਗਤ ਵਿੱਚੋਂ ਕੁਛ ਨੂੰ ਨਾ ਪਤਾ ਹੋਵੇ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਫੇਰੇ ਵੀ ਇਸ ਸ਼ਬਦ ਦੇ ਦੁਆਲੇ ਲਏ ਸੀ। ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਦੋਂ ਲਾਵਾਂ ਦੀ ਬਾਣੀ ਤਾਂ ਚੌਥੇ ਪਾਤਸ਼ਾਹ ਨੇ ਲਿਖੀ ਜਾ ਕੇ, ਹਨਾ। ਤੇ ਜਦੋਂ ਉਹਨਾਂ ਦੇ ਅਗਨੀ ਦੁਆਰੇ ਫੇਰੇ ਹੋਣ ਲੱਗੇ, ਕਿਉਂਕਿ ਉਦੋਂ ਸਨਾਤਨ ਮਤ ਅਨੁਸਾਰ ਜਿਹੜਾ ਸੀ ਖੱਤਰੀਆਂ ਦੇ ਵਿੱਚ ਵੇਦੀ ਦੁਆਲੇ ਫੇਰੇ ਹੁੰਦੇ ਸੀ, ਤੇ ਉਹਨਾਂ ਨੇ ਅਗਨੀ ਦੁਆਰੇ ਫੇਰੇ ਲੈਣ ਤੋਂ ਨਾ ਕਰ ਦਿੱਤੀ ਸੀ। ਤੇ ਉਹਨਾਂ ਨੇ ਇੱਕ ਕਾਗਜ਼ ਪੈਨ ਮੰਗਾਇਆ ਤੇ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ। ਮੂਲ ਮੰਤਰ ਨੂੰ ਉੱਚੀ ਜਗ੍ਹਾ ਤੇ ਰੱਖ ਕੇ ਕਿਸੇ ਜਗ੍ਹਾ ਦੇ ਉੱਤੇ, ਕਿਸੇ ਪੱਥਰ ਤੇ, ਕਿਸੇ ਪੱਟੜੇ ਤੇ, ਕਿਸੇ ਤੇ ਕਹਿ ਲਓ ਕਿ ਸਤਿਕਾਰਯੋਗ ਉੱਚੀ ਜਗ੍ਹਾ ਤੇ ਰੱਖ ਕੇ ਤੇ ਉਹਦੇ ਦੁਆਲੇ ਫੇਰੇ ਲਏ ਸੀ। ਗੁਰੂ ਨਾਨਕ ਦੇਵ ਜੀ ਸ਼ੁਰੂ ਤੋਂ ਮੁੱਢ ਤੋਂ ਹੀ ਸ਼ਬਦ ਨੂੰ ਆਪਣਾ ਗੁਰੂ ਮੰਨਦੇ ਸੀ। ਤੇ ਹੁਣ ਹੈ ਕਿ ਸ਼ੁੱਧ ਉਚਾਰਨ ਦੇ ਲਈ, ਸ਼ੁੱਧ ਉਚਾਰਨ ਦੇ ਕਹਿ ਦੋ ਵੀ ਇਹਦੇ
ਸੰਬੰਧ ਦੇ ਵਿੱਚ ਵੱਖਰੇ ਵੱਖਰੇ ਲੋਕਾਂ ਦੇ ਵੱਖਰੇ ਵੱਖਰੇ ਮਤ ਆ। ਕੁਝ ਲੋਕਾਂ ਦਾ ਮਤ ਆ ਕਿ ਪਾਠ ਕਰਨ ਦੇ ਵਿੱਚ ਜੀ ਸ਼ਰਧਾ ਭਾਵਨਾ ਜ਼ਰੂਰੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਚਾਰਨ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਤੇ ਇਹ ਉਹਨਾਂ ਲੋਕਾਂ ਲਈ ਤਾਂ ਠੀਕ ਆ ਜਿਨ੍ਹਾਂ ਨੂੰ ਅੱਖਰੀ ਗਿਆਨ ਨਹੀਂ, ਜਿਹੜੇ ਵਿਚਾਰੇ ਅੱਖਰਾਂ ਦਾ ਗਿਆਨ ਹੀ ਨਹੀਂ ਲੈ ਸਕੇ, ਕਿਸੇ ਸਕੂਲ 'ਚ ਜਾ ਨਹੀਂ ਸਕੇ, ਪੜ੍ਹ ਨਹੀਂ ਸਕੇ, ਤੇ ਜਿਹੜੇ ਅਨਪੜ੍ਹ ਆ ਕਹਿ ਲਓ, ਤੇ ਉਹਨਾਂ ਨੇ ਗੁਰਬਾਣੀ ਜਵਾਨੀ ਸੁਣ ਸੁਣ ਕੇ ਕੰਠ ਕੀਤੀ ਆ। ਤੇ ਉਹਨਾਂ ਲਈ ਇਹ ਗੱਲ ਠੀਕ ਆ ਕਿ ਉਹਨਾਂ ਦੀ ਸ਼ਰਧਾ ਭਾਵਨਾ ਜਿਹੜੀ ਆ ਉਹ ਗੁਰੂ ਘਰ ਦੇ ਵਿੱਚ, ਜਾਂ ਕਹਿ ਲਓ ਕਿ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਪ੍ਰਵਾਨ ਹੋ ਜਾਂਦੀ ਆ। ਜਿੱਦਾਂ ਸਾਡੇ ਬਜ਼ੁਰਗ ਸੀ, ਉਹ ਤਾਂ ਵਾਹਿਗੁਰੂ ਨੂੰ ਵਾਖਰੂ ਕਹਿੰਦੇ ਸੀ, ਤੇ ਵਾਹਿਗੁਰੂ ਨੂੰ ਵੀ ਉਹਨਾਂ ਨੇ ਵਾਖਰੂ ਹੀ ਕਹਿਣਾ, ਤੇ ਤਾਂ ਉਹਨਾਂ ਦਾ ਵਾਖਰੂ ਵੀ ਪ੍ਰਵਾਨ ਹੋ ਜਾਂਦਾ ਸੀ, ਕਿਉਂਕਿ ਉਹਨਾਂ ਨੇ ਅੱਖਰਾਂ ਦਾ ਗਿਆਨ ਹੀ ਨਹੀਂ ਸੀ। ਉਹ ਵਿਚਾਰੇ ਅੱਖਰਾਂ ਦਾ ਗਿਆਨ ਪ੍ਰਾਪਤ ਹੀ ਨਹੀਂ ਕਰ ਸਕੇ। ਤੇ ਪਰ ਸਾਨੂੰ, ਜਿਨ੍ਹਾਂ ਨੂੰ ਸਾਨੂੰ ਊੜੇ ਤੋਂ ਲੈ ਕੇ ੜਾੜੇ ਤੱਕ 35 ਅੱਖਰਾਂ ਦਾ ਗਿਆਨ ਆ, ਤੇ 6 ਅੱਖਰ ਫਾਰਸੀ ਵਾਲੇ ਜਿਹੜੇ ਬਾਅਦ ਚ ਸ਼ਾਮਲ ਕੀਤੇ ਗਏ, ਬਿੰਦੀਆਂ ਵਾਲੇ, ਉਹਨਾਂ ਦਾ ਵੀ ਗਿਆਨ ਆ, 10 ਲਗਾ ਮਾਤਰਾਂ ਦਾ ਵੀ ਗਿਆਨ ਆ, ਤੇ ਉਸ ਤੋਂ ਬਾਅਦ ਜਿਹੜੇ 3 ਲਗਾ ਅੱਖਰ ਆ, ਬਿੰਦੀ, ਟਿੱਪੀ, ਅੱਧਕ ਦਾ ਗੁਰਬਾਣੀ ਚ ਕਿਤੇ ਪ੍ਰਯੋਗ ਨਹੀਂ ਕੀਤਾ ਗਿਆ, ਤੇ 10ਵੇਂ ਪਾਤਸ਼ਾਹ ਨੇ ਕੀਤਾ ਆਪਣੀ ਬਾਣੀ ਚ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਨ੍ਹਾਂ ਨੂੰ ਸਾਨੂੰ ਗਿਆਨ ਆ, ਅਸੀਂ ਕਿਉਂ ਲਗਾ ਮਾਤਰਾ ਦਾ ਉਚਾਰਨ ਗਲਤ ਕਰੀਏ, ਹਨਾ? ਵੀ ਜਿਨ੍ਹਾਂ ਨੂੰ ਨਹੀਂ ਗਿਆਨ, ਉਹਨਾਂ ਦੀ ਤਾਂ ਸ਼ਰਧਾ ਭਾਵਨਾ ਜਿਹੜੀ ਆ ਉਹ ਕਾਊਂਟ ਕੀਤੀ ਜਾਂਦੀ ਹੈ। ਸੋ ਇੱਥੇ ਮੈਂ ਇੱਕ ਤੁਹਾਡੇ ਨਾਲ ਛੋਟੀ ਜਿਹੀ ਕਹਾਣੀ ਜਿਹੜੀ ਸਾਂਝੀ ਕਰਨੀ ਚਾਹਾਂਗੀ ਇਸ ਸੰਬੰਧ ਦੇ ਵਿੱਚ। ਡਾਕਟਰ ਜਸਵੰਤ ਸਿੰਘ ਨੇਕੀਆ ਵੀਰ ਜੀ ਜਾਣਦੇ ਹੋਣੇ ਆ, ਸਿੱਖ ਸਕਾਲਰ ਹੋਏ ਆ, ਤੇ ਉਹ ਪੇਸ਼ੇ ਵਜੋਂ ਡਾਕਟਰ ਸੀਗੇ, ਦਿੱਲੀ ਸਾਈਕਾਰਟਿਸਟ ਸੀਗੇ, ਤੇ ਉਹਨਾਂ ਨੇ ਬੜੇ ਜਿਹੜੇ ਸੀ ਬਹੁਤ ਸਾਰੇ ਪੇਪਰ ਵੀ ਲਿਖੇ, ਕਿਤਾਬਾਂ ਵੀ ਬਹੁਤ ਉਹਨਾਂ ਦੀਆਂ ਛਪੀਆਂ, ਤੇ ਉਹ WHO ਦੇ ਵੀ ਸਲਾਹਕਾਰ ਰਹੇ, ਤੇ ਯੂਨੈਸਕੋ ਜਾ ਕੇ ਉਹ ਜਿਹੜੀ ਹੁੰਦੀ ਸੀ ਆਲ ਰਿਲੀਜਨ ਦੀ ਕਾਨਫਰੰਸ, ਉਹਦੇ ਵਿੱਚ ਵੀ ਜਾ ਕੇ ਉਹ ਸਿੱਖ ਧਰਮ ਨੂੰ ਪ੍ਰੈਜ਼ੈਂਟ ਕਰਦੇ ਹੁੰਦੇ ਸੀ। ਤੇ ਉਹਨਾਂ ਦੀ ਇੱਕ ਛੋਟੀ ਜਿਹੀ ਕਿਤਾਬ ਹੈ ਮੇਰੇ ਕੋਲ, ਇਹ ਕਿਤਾਬ ਹੈ ਅਸਲ ਵਿਦਿਆ, ਤੇ ਇਹ ਕਿਤਾਬ ਇਹਨਾਂ ਨੇ ਜਿਹੜੇ ਹੈਗੇ ਆ ਪਿੰਗਲਵਾੜੇ ਵਾਲੇ, ਇਹਨਾਂ ਨੇ ਫ੍ਰੀ ਛਾਪੀ ਆ, ਬਹੁਤ ਗਿਣਤੀ ਦੇ ਵਿੱਚ, ਛੋਟਾ ਜਿਹਾ ਕਿਤਾਬਚਾ ਹੈ। ਇਹਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਜਿਹਨਾਂ ਬੜੀਆਂ ਸਿੱਖਿਆਦਾਇਕ ਆ, ਤੇ ਉਹਦੇ ਵਿੱਚ ਉਹਨਾਂ ਨੇ ਇਸ ਮੇਰੇ ਟੌਪਿਕ ਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਘਟਨਾ 2-3 ਪੈਰਿਆਂ ਦੀ ਮੈਂ ਸਾਂਝੀ ਕਰਨੀ ਚਾਹਾਂਗੀ। ਕਿ ਉਹ ਜਦੋਂ ਬਚਪਨ ਦੇ ਵਿੱਚ ਸੀਗੇ ਤੇ ਉਹਨਾਂ ਨੇ ਉਦੋਂ ਦੀ ਇਹ ਘਟਨਾ ਲਿਖੀ ਆ, ਤੇ ਇਹਦਾ ਸਿਰਲੇਖ ਉਹਨਾਂ ਨੇ ਛੋਟੀ ਜਿਹੀ ਘਟਨਾ ਦਿੱਤਾ ਕਿ ਪਾਠ ਤੋਤੇ ਵਾਂਗੂ ਕਿ ਭਗਤ ਵਾਂਗੂ। ਤੇ ਉਹ ਡਾਕਟਰ ਜਸਵੰਤ ਸਿੰਘ ਨੇਕੀ ਲਿਖਦੇ ਆ ਕਿ ਬੇਜੀ ਮੇਰੇ ਦਾਦੀ ਜੀ ਬਿਲਕੁਲ ਨਿਰੱਖਰ ਸੀ। ਨਿਰੱਖਰ ਮਤਲਬ ਉਹਨਾਂ ਨੇ ਅੱਖਰਾਂ ਦੀ ਵਿਦਿਆ ਦਾ ਗਿਆਨ ਨਹੀਂ ਸੀ ਉਹਨਾਂ ਨੂੰ, ਊੜਾ ਐੜਾ ਵੀ ਨਹੀਂ ਸਨ ਜਾਣਦੇ, ਪਰ ਬਾਣੀ ਬੜੀ ਕੰਠ ਸੀ। ਉੱਠਦਿਆਂ ਬਹਿੰਦਿਆਂ ਕੋਈ ਨਾ ਕੋਈ ਸ਼ਬਦ ਗੁਣਗੁਣਾਉਂਦੇ ਰਹਿੰਦੇ। ਇੱਕ ਦਿਨ ਉਹ ਗਾ ਰਹੇ ਸੀ, ਮੈਂ ਨਿਰਗੁਣ ਆਰੇ ਮੈਂਡਾ ਕੋਈ ਗੁਣ ਨਹੀਂ, ਆਪੇ ਹੀ ਤਰਸ ਪਿਓਈ। ਕਹਿੰਦੇ ਮੈਂ ਕੋਲੋਂ ਦੀ ਲੰਘਿਆ ਤੇ ਉਹਨਾਂ ਦਾ ਸ਼ਬਦ ਮੇਰੇ ਕੰਨੀ ਪਿਆ ਜਦੋਂ ਗਾ ਰਹੇ ਸੀ, ਤੇ ਮੈਂ ਕਿਹਾ ਬੇਜੀ ਤੁਸੀਂ ਠੀਕ ਨਹੀਂ ਪੜ ਰਹੇ, ਤੇ ਇਹ ਹੈਗਾ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋ ਕਿਤੋਈ, ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਇਓਈ। ਤਾਂ ਉਹ ਕਹਿਣ ਲੱਗੇ ਮੈਂ ਜਿਹਨੂੰ ਸੁਣਾਉਣੀ ਪਈਆਂ ਉਹ ਆਪੇ ਠੀਕ ਕਰ ਲਏ ਸੀ। ਕਹਿੰਦੇ ਮੈਂ ਮੁਸਕਰਾ ਛੱਡਿਆ, ਤੇ ਮੇਰੇ ਮਾਤਾ ਜੀ ਵੀ ਲੱਗ ਗਈ ਸੀ, ਤੇ ਉਹ ਵੀ ਮੁਸਕਰਾ ਪਏ। ਤੇ ਅਗਲੇ ਦਿਨ ਕਹਿੰਦੇ ਮੈਂ ਗੁਟਕੇ ਤੋਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ, ਤੇ ਮੇਰੇ ਮਾਤਾ ਜੀ ਮੇਰੇ ਕੋਲੋਂ ਪਾਠ ਸੁਣ ਰਹੇ ਸੀ, ਤੇ ਨਾਲ ਹੀ ਨਾਲ ਮੇਰੇ ਲਈ ਇੱਕ ਸਵੈਟਰ ਬੁਣ ਰਹੇ ਸੀ। ਉਹਨਾਂ ਦੇ ਹੱਥ ਸਦਾ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਰਹਿੰਦਾ ਸੀ। ਕਹਿੰਦੇ ਮੈਂ ਜਦੋਂ 13ਵੀਂ ਅਸ਼ਟਪਦੀ ਦਾ ਪਾਠ ਕਰ ਰਿਹਾ ਸੀ, ਇਹ ਤੁਕਾਂ ਪੜ੍ਹ ਰਿਹਾ ਸੀ, ਸੰਤ ਕੇ ਦੁਖਨ ਤੇ ਮੁਖ ਭਵੇ, ਸੰਤ ਕੈ ਦੁਖਨ ਕਾਗ ਜਿਉ ਲਵੇ, ਸੰਤ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਦ ਜੋਨ ਕਿਰਮਾਏ। ਤਾਂ ਕਹਿੰਦੇ ਬੀਜੀ ਨੇ ਮੈਨੂੰ ਟੋਕਿਆ ਤੇ ਕਿਹਾ ਕਾਕਾ ਵੇਖ ਕੇ ਪੜ, ਤੂੰ ਪਾਠ ਗਲਤ ਕਰ ਰਿਹਾ। ਮੈਂ ਕਿਹਾ ਜਿਹਨੂੰ ਮੈਂ ਸੁਣਾਉਣਾ ਪਿਆ ਆਪੇ ਠੀਕ ਕਰ ਲੈ ਸੀ, ਆਪਣੀ ਦਾਦੀ ਦੀ ਜਿਹੜੀ ਸੁਣੀ ਹੋਈ ਸੀ ਭਾਸ਼ਾ। ਤੇ ਕਹਿੰਦੇ ਬੀਜੀ ਨੇ ਸਵੈਟਰ ਪਰੇ ਰੱਖ ਦਿੱਤਾ, ਤੇ ਉੱਠ ਕੇ ਮੇਰੇ ਕੋਲ ਆਏ, ਤੇ ਮੇਰੇ ਹੱਥ ਵਿੱਚੋਂ ਗੁਟਕਾ ਲੈ ਲਿਆ, ਤੇ ਕਹਿਣ ਲੱਗੇ ਹੁਣ ਪਾਠ ਕਰ। ਤੇ ਮੈਂ ਕਿਹਾ ਗੁਟਕੇ ਤੋਂ ਬਗੈਰ ਮੈਂ ਕਿਵੇਂ ਕਰਾਂ? ਕਹਿਣ ਲੱਗੇ ਜਦ ਤੂੰ ਗੁਟਕੇ ਤੋਂ ਵੇਖ ਕੇ ਪਾਠ ਨਹੀਂ ਕਰਨਾ ਤਾਂ ਗੁਟਕੇ ਤੋਂ ਬਿਨਾਂ ਹੀ ਕਰ। ਤੇ ਮੈਂ ਉਹਨਾਂ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ, ਤੇ ਉਹ ਕਹਿਣ ਲੱਗੇ ਤੂੰ ਦਾਦੀ ਦੀਆਂ ਰੀਸਾਂ ਕਰਨ ਜੋਗਾ ਕਦੋਂ ਦਾ ਹੋ ਗਿਆ ਹੈ? ਤੇ ਉਹ ਤਾਂ ਨਿਰੱਖਰ ਆ, ਪਰ ਉਹਨਾਂ ਨੂੰ ਇੰਨੀ ਬਾਣੀ ਕੰਠ ਹੋਈ ਆ ਕਿ ਜਿਹਦਾ ਤੂੰ ਅੰਦਾਜ਼ਾ ਨਹੀਂ ਲਾ ਸਕਦਾ। ਉਹ ਜਦੋਂ ਕੰਠ ਬਾਣੀ ਨੂੰ ਪੜ੍ਹਦੇ ਆ ਤਾਂ ਵਿੱਚ ਆਪਣੇ ਭਾਵ ਵੀ ਸ਼ਾਮਲ ਕਰ ਲੈਂਦੇ ਆ, ਤੇ ਤਾਂ ਹੀ ਤਾਂ ਉਹ ਪੜ੍ਹਦੇ ਆ ਕਿ ਤੇਰਾ ਤੇ ਕੀਤਾ ਮੈਂ ਜਾਤਿਓ ਨਹੀਂ, ਮੈਨੂੰ ਤੇ ਜੋ ਕਿਤੋਈ। ਉਹਨਾਂ ਦਾ ਪਾਠ ਉਹਨਾਂ ਦੇ ਦਿਲ ਦੀਆਂ ਡੁਗਾਣਾਂ ਚੋਂ ਨਿਕਲਦਾ ਹੈ,
ਤੇ ਉਹ ਸਿੱਧਾ ਰੱਬ ਦੇ ਕੰਨੀ ਪੈਂਦਾ ਹੈ। ਉਹ ਆਖ ਸਕਦੇ ਹਨ ਕਿ ਜਿਹਨੂੰ ਮੈਂ ਸੁਣਾਉਂਦੀ ਪਈ ਆ ਉਹ ਆਪੇ ਠੀਕ ਕਰ ਲਿਆ ਸੀ, ਪਰ ਤੂੰ ਤੇ ਅਨਪੜ੍ਹ ਨਹੀਂ, ਤੇਰੇ ਹੱਥ 'ਚ ਗੁਟਕਾ ਹੈ, ਤੂੰ ਤਾਂ ਪੜ੍ਹ ਸਕਦਾ ਆ, ਪਰ ਪੜ੍ਹਨ ਲਈ ਧਿਆਨ ਚਾਹੀਦਾ। ਤੇ ਤੂੰ ਤਾਂ ਤੋਤੇ ਵਾਂਗੂ ਪਾਠ ਕਰਨ ਲੱਗਾ ਹੋਇਆ। ਕੇਵਲ ਤੋਤੇ ਵਾਂਗੂ ਪਾਠ ਨਹੀਂ ਕਰਨਾ, ਜੋ ਤੁਕਾਂ ਤੂੰ ਪੜ੍ਹੀਆਂ ਉਹਨਾਂ ਵਿੱਚ ਤੂੰ ਸੰਤਨ ਕੇ ਦੁੱਖਨ ਨੂੰ ਵੀ ਸੰਤ ਕੇ ਦੁੱਖ ਨਹੀਂ ਪੜ੍ਹ ਲਿਆ। ਤੇ ਮੈਨੂੰ ਫਿਰ ਉਹਨਾਂ ਨੇ ਗੁਟਕਾ ਪਕੜਾ ਦਿੱਤਾ ਤੇ ਕਿਹਾ ਕਿ ਹੁਣ ਪੜ੍ਹ। ਫਿਰ ਮੈਂ ਧਿਆਨ ਨਾਲ ਪੜ੍ਹਿਆ, ਸੰਤ ਕੇ ਦੁੱਖਨ ਤੇ ਮੁਖ ਭਵੈ, ਸੰਤਨ ਕੇ ਦੁੱਖਨ ਕਾਗਜੋਂ ਲਵੇ, ਸੰਤਨ ਕੇ ਦੁੱਖਨ ਸਰਪ ਜੋਨ ਪਾਏ, ਸੰਤ ਕੇ ਦੁੱਖਨ ਤ੍ਰਿਗਦ ਜੋਨ ਕਿਰਮਾਏ। ਫਿਰ ਆਖਣ ਲੱਗੇ ਹੁਣ ਠੀਕ ਆ। ਫਿਰ ਉਹਨਾਂ ਨੇ ਕਿਹਾ ਬੇਟਾ ਜੀ ਕਦੇ ਵੀ ਪਾਠ ਨੂੰ ਤੋਤੇ ਵਾਂਗ ਨਹੀਂ ਕਰਨਾ, ਪਾਠ ਨੂੰ ਭਗਤ ਵਾਂਗੂ ਕਰਨਾ। ਤੁਹਾਡਾ ਪਿਆਰ, ਤੁਹਾਡੀ ਭਗਤੀ, ਤੁਹਾਡਾ ਆਤਮ ਸਮਰਪਣ ਤੁਹਾਡੇ ਪਾਠ ਵਿੱਚੋਂ ਪ੍ਰਗਟ ਹੋਣਾ ਚਾਹੀਦਾ। ਸੋ ਇਹ ਮੈਨੂੰ ਉਹਨਾਂ ਦੀ ਛੋਟੀ ਜਿਹੀ ਜਿਹੜੀ ਘਟਨਾ ਜੀਵਨ ਦੀ ਬੜੀ ਵਧੀਆ ਲੱਗੀ ਕਿ ਅਸੀਂ ਬਹੁਤੀ ਵਾਰੀ ਪਾਠ ਜਿਹੜਾ ਤੋਤੇ ਵਾਂਗੂ ਹੀ ਕਰੀ ਜਾਂਦੇ ਆ, ਜਿੱਦਾਂ ਸਾਡੇ ਮੂੰਹ ਚੜ ਗਿਆ ਉਸੇ ਤਰ੍ਹਾਂ ਬੋਲੀ ਜਾਂਦੇ ਆ। ਸੋ ਸਾਨੂੰ ਭਗਤ ਵਾਂਗੂ ਪਾਠ ਕਰਨਾ ਚਾਹੀਦਾ, ਉਹਦੀਆਂ ਲਗਾ ਮਾਤਰਾ ਵੱਲ ਧਿਆਨ ਦੇ ਕੇ ਵੀ, ਪ੍ਰੇਮ ਵੀ ਉਹਦੇ ਵਿੱਚ ਹੋਵੇ, ਸ਼ਰਧਾ ਭਾਵਨਾ ਵੀ ਉਹਦੇ ਵਿੱਚ ਹੋਵੇ। ਤੇ ਜਿਵੇਂ ਵੀਰ ਜੀ ਭੱਟੀ ਸਾਹਿਬ ਨੇ ਕਿਹਾ ਸੀਗਾ ਕਿ ਉਹ ਤੇ ਵਿਚਾਰ ਵੀ ਕਰਨੀ, ਉੱਤੇ ਅਮਲ ਵੀ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਸੋ ਇਹ ਤਾਂ ਉਹਨਾਂ ਦੇ ਜੀਵਨ ਦੀ ਘਟਨਾ ਸੀ। ਤੇ ਹੁਣ ਹੈ ਕਿ ਜਦੋਂ ਆਪਾਂ ਗੁਰਬਾਣੀ ਦੇ ਵਿੱਚ ਉਚਾਰਨ ਦੇ ਵਿੱਚ ਆਪਾਂ ਕਿਹੜੀਆਂ ਗਲਤੀਆਂ ਕਰਦੇ ਹਾਂ, ਆਪਾਂ ਉਹਨਾਂ ਵੱਲ ਆ ਜੋ ਧਿਆਨ ਦੇਈਏ। ਤੇ ਉਹਦੇ ਵਿੱਚ ਆਪਾਂ ਮੂਲ ਮੰਤਰ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਆਪਾਂ ਜਪਜੀ ਸਾਹਿਬ ਦੇ ਪਾਠ ਸੀ ਦੇਖ ਲੈਂਦੇ ਹਾਂ ਕਿ ਜਦੋਂ ਆਪਾਂ ਕਾਹਲੀ 'ਚ ਪਾਠ ਕਰਦੇ ਹਾਂ ਤਾਂ ਆਪਾਂ ਕਿੰਨੀਆਂ ਕੁ ਗਲਤੀਆਂ ਕਰਦੇ ਹਾਂ। ਤੇ ਪਹਿਲਾਂ ਮੂਲ ਮੰਤਰ ਧਿਆਨ ਨਾਲ ਤੁਸੀਂ ਦੇਖੋ, ਤੇ ਦੇਖਣਾ ਹੁਣ ਸਕਰੀਨ ਤੇ ਆ ਜਾਏਗਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਹੁਣ ਦੇਖੋ ਇਹਦੇ ਵਿੱਚ ਆਪਾਂ ਆਮ ਤੌਰ ਤੇ ਜਦੋਂ ਆਪਾਂ ਕਾਹਲੀ 'ਚ ਬੋਲਦੇ ਹਾਂ ਆਪਾਂ ਕਹਿੰਦੇ ਇੱਕ ਓਂਕਾਰ, ਇੱਕ ਓਂਕਾਰ ਕਹਿ ਦਿੰਦੇ ਆ, ਜਾਂ ਇੱਕ ਓਂਕਾਰ ਕਈ ਕਹਿ ਦਿੰਦੀਆਂ ਭੈਣਾਂ। ਤੇ ਇਹ ਹੈ ਇੱਕ ਓੰਕਾਰ, ਇਹਦਾ ਸ਼ੁੱਧ ਉਚਾਰਨ ਜੋ ਹੈ ਇੱਕ ਓੰਕਾਰ। ਤੇ ਇਹ ਓਮ ਸ਼ਬਦ ਪਹਿਲਾਂ ਚੱਲਦਾ ਸੀ ਤੇ ਫਿਰ ਓਮ ਜਿਹੜਾ ਸੀਗਾ ਉਹ ਚੱਲਦਾ ਸੀ, ਜਾਂ ਓਮ ਚੱਲਦਾ ਸੀ। ਗੁਰੂ ਸਾਹਿਬ ਨੇ ਉਹਦੇ ਅੱਗੇ ਏਕਾ ਲਾਤਾ ਕਿ ਪ੍ਰਮਾਤਮਾ ਇੱਕ ਹੈ, ਤੇ ਨਾਲ ਉੱਪਰੋਂ ਊੜੇ ਦਾ ਮੂੰਹ ਖੁੱਲਾ ਕਰ ਦਿੱਤਾ ਕਿ ਕਾਰ, ਇਹਦਾ ਮਤਲਬ ਆ ਕਾਰ, ਸੰਸਕ੍ਰਿਤ ਦਾ ਲਫ਼ਜ਼ ਹੈ ਕਾਰ, ਤੇ ਇਹਦਾ ਮਤਲਬ ਆ ਕਿ ਇੱਕ ਰਸ ਅਕਾਲ ਪੁਰਖ ਸਾਰੀ ਆਪਣੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਆ, ਸ੍ਰਿਸ਼ਟੀ ਦਾ ਰਚਣਹਾਰਾ ਵੀ ਆ, ਉਹ ਇੱਕ ਆ। ਤੇ ਇਹਦੇ ਵਿੱਚ ਜਿਹੜਾ ਹੋਂਦ ਵਾਲਾ ਹੈ ਤੇ ਉਹ ਸਾਰੀ ਸ੍ਰਿਸ਼ਟੀ 'ਚ ਇੱਕ ਰਸ ਵਿਆਪਕ ਆ। ਤੇ ਫਿਰ ਅੱਗੋਂ ਆ ਗਿਆ ਸਤਨਾਮ। ਆਪਾਂ ਜੇ ਕਾਹਲੀ 'ਚ ਪੜ੍ਹਦੇ ਆਪਾਂ ਸਤਨਾਮ ਕਰਤਾ ਪੁਰਖ ਏਦਾਂ ਪੜ੍ਹ ਜਾਂਦੇ ਹਾਂ। ਸਤਨਾਮ ਮੰਮੇ ਦੇ ਥੱਲੇ ਔਂਕੜ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਦੱਸਿਆ ਕਿ ਜਿੱਥੇ ਵੀ ਔਂਕੜ ਗੁਰੂ ਸਾਹਿਬ ਨੇ ਉੱਥੇ ਲਾਇਆ। ਉਹਨਾਂ ਨੇ ਪਹਿਲਾਂ ਗੁਰਬਾਣੀ ਦੀ ਵਿਆਕਰਨ ਲਿਖੀ ਆ, ਉਸ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਦਾ ਟੀਕਾ ਜਿਹੜਾ ਸੰਪੂਰਨ ਟੀਕਾ ਕੀਤਾ। ਗੁਰੂ ਗ੍ਰੰਥ ਸਾਹਿਬ ਦਰਪਣ 668 ਪੰਨਿਆਂ 'ਚ ਹੈ, ਜਿਹੜਾ 10 ਪੋਥੀਆਂ 'ਚ ਛਪਿਆ। ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿੱਥੇ ਔਂਕੜ ਗੁਰੂ ਸਾਹਿਬ ਨੇ ਉੱਥੇ ਲਾਇਆ, ਜਾਂ ਤਾਂ ਉੱਥੇ ਇੱਕ ਚੀਜ਼ ਬਾਰੇ ਦੱਸਣਾ ਉਹਨਾਂ ਨੇ, ਜਾਂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਵਿਸ਼ੇਸ਼ਤਾ ਦੱਸਣੀ ਆ ਉੱਥੇ ਔਂਕੜ ਲਾਇਆ ਉਹਨਾਂ ਨੇ, ਜਾਂ ਜਿੱਥੇ ਥੋੜਾ ਜਿਹਾ ਰੁਕਣਾ, ਪੌਜ਼ ਦੇਣਾ ਆਪਾਂ। ਤੇ ਸਤਨਾਮ ਇਹ ਪਰਮਾਤਮਾ ਦੀ ਸਿਫਤ ਸਲਾਹ, ਉਹਦੀ ਵਿਸ਼ੇਸ਼ਤਾ, ਉਹਦੇ ਗੁਣ, ਇਸ ਕਰਕੇ ਉਹਨਾਂ ਨੇ ਸਤਨਾਮ ਥੱਲੇ ਔਂਕੜ ਲਾਇਆ। ਤਕਰੀਬਨ ਜਿੱਥੇ ਵੀ ਸਤਨਾਮ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਮੇ ਨੂੰ ਔਂਕੜ ਆ, ਇੱਥੇ ਆਪਾਂ ਥੋੜਾ ਜਿਹਾ ਪੌਜ਼ ਦੇਣਾ। ਸਤਨਾਮ ਕਰਤਾ ਪੁਰਖ ਏਦਾਂ ਨਹੀਂ ਪੜ੍ਹਨਾ, ਸਤਨਾਮ ਔਂਕੜ ਫਿਰ ਬੋਲਿਆ ਜਾਂਦਾ। ਕਰਤਾ ਪੁਰਖ ਇੱਥੇ ਵੀ ਆਪਾਂ ਮਾੜਾ ਜਿਹਾ ਰੁਕਾਂਗੇ। ਪੁਰਖ ਨੂੰ ਆਪਾਂ ਲੰਬਾ ਨਹੀਂ ਕਰ ਸਕਦੇ ਕਿਉਂਕਿ ਪੁਰਖ ਦੇ ਥੱਲੇ ਔਂਕੜ ਆ। ਜੇ ਪੁਰਖ ਦੇ ਥੱਲੇ ਔਂਕੜ ਨਾ ਹੋਵੇ ਆਪਾਂ ਪੁਰਖ ਏਦਾਂ ਕਹਿ ਸਕਦੇ ਹਾਂ। ਕਰਤਾ ਪੁਰਖ ਥੱਲੇ ਔਂਕੜ ਆ। ਇਹ ਵੀ ਉਹਨਾਂ ਦੀ ਜਿਹੜੀ ਆ ਕਰਤੇ ਦੀ, ਵੀ ਉਹ ਕਰਤਾ ਵੀ ਆ, ਸ੍ਰਿਸ਼ਟੀ ਦਾ ਰਚਣਹਾਰਾ ਵੀ ਆ, ਤੇ ਸ੍ਰਿਸ਼ਟੀ ਦੇ ਵਿੱਚ ਵਿਆਪਕ ਵੀ ਆ। ਪੁਰਖ ਉਹਦੀ ਵਿਸ਼ੇਸ਼ਤਾ ਦੱਸੀ ਆ। ਨਿਰਭਉ ਵੀ ਉਹ ਭਉ ਤੋਂ ਰਹਿਤ ਆ, ਕਿਸੇ ਡਰ ਤੋਂ ਰਹਿਤ ਆ। ਨਿਰਵੈਰ ਇੱਥੇ ਵੀ ਥੋੜਾ ਜਿਹਾ ਆਪਾਂ ਰੁਕਾਂਗੇ ਕਿਉਂਕਿ ਔਂਕੜ ਆ। ਫਿਰ ਔਂਕੜ ਤਾਂ ਬੋਲੇ ਜਾਂਦੇ ਜੇ ਆਪਾਂ ਥੋੜਾ ਜਿਹਾ ਪੌਜ਼ ਦਈਏ। ਨਿਰਵੈਰ ਮਤਲਬ ਕਿ ਉਹ ਵੈਰ ਤੋਂ ਰਹਿਤ ਆ। ਇਹ ਵੀ
ਅਕਾਲ ਪੁਰਖ ਦੀ ਵਿਸ਼ੇਸ਼ਤਾ, ਇਸ ਕਰਕੇ ਔਂਕੜ ਲਾਇਆ ਗਿਆ। ਅਕਾਲ ਮੂਰਤ, ਮੂਰਤ ਦੇ ਉਹਨਾਂ ਨੇ 2-3 ਅਰਥ ਦਿੱਤੇ ਆ ਕਿ ਜੇ ਮੰਮੇ ਨੂੰ ਔਂਕੜ ਰਾਰਾ ਤੱਤੇ ਨੂੰ ਸਿਹਾਰੀ ਹੋਵੇ ਤਾਂ ਇਹਦਾ ਮਤਲਬ ਆ ਸਰੂਪ। ਜੇ ਮੂਰਤ ਮੰਮੇ ਨੂੰ ਔਂਕੜ ਰਾਰਾ ਤੱਤੇ ਨੂੰ ਔਂਕੜ ਹੋਵੇ ਉਹਦਾ ਮਤਲਬ ਆ ਮਹੂਰਤ। ਗੁਰਬਾਣੀ ਚ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਤੁਕਾਂ ਦੀਆਂ, ਉਹ ਮੈਂ ਇੰਨਾ ਲੰਬਾ ਨਹੀਂ ਜਾਊਂਗੀ, ਟਾਈਮ ਜ਼ਿਆਦਾ ਲੱਗ ਜਾਣਾ ਫਿਰ। ਤੇ ਇਹਦਾ ਮਤਲਬ ਹੁਣ ਦੇਖੋ, ਜੇ ਆ ਵੀ ਆਪਾਂ ਕਹਿੰਦੇ ਮੂਰਤ ਆ ਵੀ ਮੂਰਤ ਆ, ਹੈਨਾ, ਸਿਹਾਰੀ ਤੱਤੇ ਨੂੰ ਸਿਹਾਰੀ ਵਾਲਾ ਵੀ ਮੂਰਤ ਆ ਤੇ ਤੱਤੇ ਨੂੰ ਔਂਕੜ ਵਾਲਾ ਵੀ ਮੂਰਤ ਆ। ਪਰ ਦੇਖੋ ਇਹਨਾਂ ਦੀਆਂ ਮਾਤਰਾ ਦੇ ਨਾਲ ਇਹਨਾਂ ਦੇ ਜਿਹੜੇ ਅਰਥ ਆ ਉਹ ਵੱਖਰੇ ਵੱਖਰੇ ਹੋ ਗਏ, ਹੈਨਾ। ਮੂਰਤ ਤੱਤੇ ਨੂੰ ਸਿਹਾਰੀ ਆ ਤਾਂ ਸਰੂਪ ਆ, ਕਿਸ ਤਰ੍ਹਾਂ ਦਾ ਉਹਦਾ ਸਰੂਪ ਆ? ਅਕਾਲ, ਕਾਲ ਤੋਂ ਰਹਿਤ ਆ। ਤੇ ਜੇ ਤੱਤੇ ਨੂੰ ਔਂਕੜ ਆ ਇਹਦਾ ਮਤਲਬ ਮਹੂਰਤ ਆ। ਇਹ ਵੀ ਉਹਨਾਂ ਨੇ ਇੱਕ ਤੁਕ ਦਿੱਤੀ ਸੀ ਉੱਥੇ ਵੀ ਮਹੂਰਤ ਇੱਥੇ ਬਣਦਾ ਇੱਥੇ ਕਿਉਂਕਿ ਤੱਤੇ ਨੂੰ ਔਂਕੜ ਆ। ਤੇ ਅੱਗੋਂ ਆਗਾ ਗੁਰ ਪ੍ਰਸਾਦ। ਹੁਣ ਦੇਖੋ ਪੱਪੇ ਦੇ ਪੈਰ ਚ ਰਾਰਾ ਹੈ, ਪੱਪੇ ਦੇ ਪੈਰ ਚ ਰਾਰਾ ਦਾ ਇਹਨੂੰ ਆਪਾਂ ਪੜ੍ਹਨਾ ਪ੍ਰਸਾਦ। ਰਾਰਾ ਅੱਧਾ ਹੈ, ਆਪਾਂ ਪੰਜਾਬੀ ਚ ਪੜ੍ਹਦੇ ਆਂ ਜਿਹੜੇ ਪੈਰ ਚ ਅੱਖਰ ਆ ਉਹ ਅੱਧੇ ਅੱਖਰ ਹੁੰਦੇ ਆ, ਹੈਨਾ। ਤੇ ਜੇ ਆਪਾਂ ਇਹਨੂੰ ਪ੍ਰਸਾਦ ਰਾਰਾ ਪੂਰਾ ਪੜ੍ਹਦੇ ਆ ਤਾਂ ਇਹ ਬਣ ਜਾਣਾ ਪ੍ਰਸ਼ਾਦ, ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਆ, ਇਹਦਾ ਮਤਲਬ ਇਹ ਹੋ ਜਾਣਾ। ਜੇ ਆਪਾਂ ਪ੍ਰਸਾਦ ਪੜ੍ਹਦੇ ਆ ਪੈਰ ਚ ਰਾਰਾ ਦੱਦੇ ਨੂੰ ਸਿਹਾਰੀ, ਇਹਦਾ ਮਤਲਬ ਗੁਰੂ ਦੀ ਕਿਰਪਾ ਨਾਲ, ਇਹ ਪ੍ਰਸਾਦ ਆ ਗੁਰੂ ਦੀ ਕਿਰਪਾ। ਇਸ ਤਰ੍ਹਾਂ ਇਹਦੇ ਅਰਥ ਬਦਲ ਜਾਂਦੇ ਆ। ਤੇ ਅੱਗੋਂ ਆ ਗਿਆ ਜਪ, ਬਾਣੀ ਦਾ ਨਾਮ ਆ ਗਿਆ। ਆਦਿ ਸੱਚ, ਇੱਥੇ ਵੀ ਆਪਾਂ ਦੱਦੇ ਨੂੰ ਸਿਹਾਰੀ ਆ, ਥੋੜਾ ਜਿਹਾ ਰੁਕਾਂਗੇ, ਚੱਚੇ ਨੂੰ ਫੇਰ ਔਂਕੜਾ ਮਾੜਾ ਜਿਹਾ ਪੌਜ਼ ਦੇਣਾ। ਆਦਿ ਸੱਚ, ਜੁਗਾਦ ਸੱਚ, ਆਦ ਸੱਚ, ਜੁਗਾਦ ਸੱਚ, ਏਦਾਂ ਨਹੀਂ ਕਹਿਣਾ, ਥੋੜਾ ਥੋੜਾ ਇੱਥੇ ਪੌਜ਼ ਦੇਣਾ। ਤੇ ਜਿੱਥੇ ਵੀ ਔਂਕੜ ਆ ਗਿਆ, ਸਿਹਾਰੀ ਆ ਗਈ, ਉੱਥੇ ਆਪਾਂ ਉਸ ਅੱਖਰ ਨੂੰ ਛੇਤੀ ਖਤਮ ਕਰ ਦੇਣਾ, ਉਹਨੂੰ ਲੰਬਾ ਨਹੀਂ ਲਿਜਾ ਸਕਦੇ। ਹੈ ਭੀ ਸੱਚ ਨਾਨ। ਅੱਗੋਂ ਆਪਾਂ ਇਹ ਸ਼ਲੋਕ ਆ ਗੁਰੂ ਸਾਹਿਬ ਨੇ ਜਿਹੜਾ ਜਪ ਤੋਂ ਬਾਅਦ ਦਿੱਤਾ, ਇਹ 38 ਪੌੜੀਆਂ ਤੋਂ ਪਹਿਲਾਂ, ਜਪਜੀ ਸਾਹਿਬ ਤੋਂ ਪਹਿਲਾਂ ਸ਼ਲੋਕ ਆ। ਇੱਕ ਐਂਡ ਚ ਗੁਰੂ ਸਾਹਿਬ ਨੇ ਸ਼ਲੋਕ ਦਿੱਤਾ, ਪਵਨ ਗੁਰੂ ਪਾਣੀ ਪੀਤਾ, ਇੱਕ ਸ਼ੁਰੂ ਚ ਸ਼ਲੋਕ ਦਿੱਤਾ ਤੇ ਵਿਚਕਾਰ 38 ਪੌੜੀਆਂ। ਇਹ ਸ਼ਲੋਕ ਜਿਹੜਾ ਪੰਜਵੇਂ ਨਾਨਕ ਨੇ ਜਾ ਕੇ ਸੁਖਮਨੀ ਸਾਹਿਬ ਦੇ ਵਿੱਚ ਵੀ ਦਿੱਤਾ, 17ਵੀਂ ਅਸ਼ਟਪਦੀ ਮੇਰਾ ਖਿਆਲ ਹੈ, ਸ਼ਾਇਦ 16ਵੀਂ, ਹਨਾ, 17ਵੀਂ ਅਸ਼ਟਪਦੀ ਦੇ ਅੱਗੇ ਵੀ ਦਿੱਤਾ। ਉੱਥੇ ਗੁਰੂ ਸਾਹਿਬ ਨੇ ਦੇਖੋ ਭੱਬੇ ਨੂੰ ਸਿਹਾਰੀ ਲਾਈ ਆ, ਪੰਜਵੇਂ ਨਾਨਕ ਨੇ ਜਾ ਕੇ। ਇਹੀ ਸ਼ਲੋਕ ਆ ਇੱਥੇ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉੱਥੇ ਇਹੀ ਸ਼ਲੋਕ ਆ ਸੇਮ, ਭੱਬੇ ਨੂੰ ਉੱਥੇ ਸਿਹਾਰੀ ਆ। ਤੁਸੀਂ ਧਿਆਨ ਨਾਲ ਦੇਖਿਓ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਤੇ ਹੁਣ ਆਪਾਂ ਗੁਰੂ ਸਾਹਿਬ ਨੂੰ ਕਹਿ ਨਹੀਂ ਸਕਦੇ ਗੁਰੂ ਸਾਹਿਬ ਉਹੀ ਸ਼ਲੋਕ ਆ, ਤੁਸੀਂ ਪਹਿਲੇ ਜਾਮੇ ਵਿੱਚ ਇੱਥੇ ਲਿਖਿਆ ਹੈ ਭੀ ਸੱਚ, ਜਦੋਂ ਤੁਸੀਂ ਪੰਜਵੇਂ ਜਾਮੇ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਲਿਖਿਆ ਤੁਸੀਂ ਇਸੇ ਸ਼ਲੋਕ ਨੂੰ ਭੱਬੇ ਨੂੰ ਸਿਹਾਰੀ ਲਾਤੀ। ਮੀਨਿੰਗ ਦੋਨਾਂ ਦਾ ਸੇਮ ਆ, ਉਹਦਾ ਵੀ ਸੇਮ ਆ, ਇਹਦਾ ਵੀ ਸੇਮ ਆ, ਹਨਾ। ਤੇ ਪਰ ਅਸੀਂ ਗੁਰੂ ਸਾਹਿਬ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ। ਸਾਧ ਸੰਗਤ ਜੀ, ਗੁਰੂ ਆਪਾਂ ਆਪਣੀਆਂ ਸਿਆਣਪਾਂ ਨਹੀਂ ਵਰਤਣੀਆਂ, ਅਸੀਂ ਤਾਂ ਸਿਰਫ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਹੈ। ਜਿਵੇਂ ਉਹਨਾਂ ਨੇ ਲਿਖਿਆ, ਜੇ ਆਪਾਂ ਜਿਵੇਂ ਕੀ ਲਿਖਿਆ ਹੋਵੇ ਤਾਂ ਆਪਾਂ ਕੀ ਲੰਬੀ ਬਿਹਾਰੀ ਨਾਲ ਪੜ੍ਹਦੇ ਆ, ਹਨਾ। ਜੇ ਕੱਕੇ ਨੂੰ ਸਿਹਾਰੀ ਹੋਵੇ ਆਪਾਂ ਕਹਿੰਦੇ ਕੇ। ਤੇ ਇਸੇ ਤਰ੍ਹਾਂ ਆਪਾਂ ਹੈ ਭੀ ਇੱਥੇ ਲੰਬਾ ਕਰ ਲੈਣਾ, ਉੱਥੇ ਹੈ ਭੀ ਸੱਚ, ਭੱਬੇ ਨੂੰ ਸਿਹਾਰੀ, ਉੱਥੇ ਛੋਟੀ ਮਾਤਰਾ ਬੋਲਣੀ ਹੈ, ਲਘੂ ਮਾਤਰਾ, ਇਹ ਧਿਆਨ ਰੱਖਣਾ ਆਪਾਂ। ਤੇ ਉਸ ਤੋਂ ਬਾਅਦ ਆ ਗਿਆ, ਆਪਾਂ ਗੁਰੂ ਸਾਹਿਬ ਤੋਂ ਸਿਆਣੇ ਨਹੀਂ ਵੀ ਉਹਨਾਂ ਨੂੰ ਕਿੰਤੂ ਪ੍ਰੰਤੂ ਕਰੀਏ, ਜਿਵੇਂ ਲਿਖਿਆ ਉਸੇ ਤਰ੍ਹਾਂ ਹੀ ਪੜ੍ਹਨਾ। ਤੇ ਅੱਗੇ ਆ ਗਿਆ ਕੰਨਾਂ, ਦੁਲਾਵਾਂ, ਸਿਹਾਰੀ, ਔਂਕੜ, ਬਿੰਦੀ ਦੀਆਂ ਜਿਹੜੀਆਂ ਅਸੀਂ ਗਲਤੀਆਂ ਤਕਰੀਬਨ ਕਰਦੇ ਹਾਂ ਜਪਜੀ ਸਾਹਿਬ ਦੇ ਪਾਠ ਦੇ ਵਿੱਚ। ਤੇ ਉੱਥੇ ਪਹਿਲਾਂ ਜਪਜੀ ਸਾਹਿਬ ਦੀ ਆਪਾਂ ਪਹਿਲੀ ਪੌੜੀ ਲੈ ਲਈਏ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਦੇਖੋ ਇਹ ਪਹਿਲੀ ਪੌੜੀ ਆ, ਤੇ ਇਹਦੇ ਵਿੱਚ ਜੇ ਆਪਾਂ ਕਾਹਲੀ ਚ ਪਾਠ ਕਰਦੇ ਆਪਾਂ ਕਹਾਂਗੇ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਫਿਰ ਸੋਚੇ ਬੋਲਿਆ ਜਾਂਦਾ। ਇੱਥੇ ਹੈ ਸੋਚੇ, ਉਹ ਤਾਂ ਬਣ ਗਿਆ ਸੋਚੇ ਸੋਚਣਾ। ਇਹ ਹੈ ਸੋਚੈ, ਸੋਚੈ ਸੋਚ ਨਾ ਹੋਵੇ। ਸੋਚੈ ਮਤਲਬ ਕਿ ਇਸ਼ਨਾਨ ਕਰਨ ਦੇ ਨਾਲ, ਲੱਖ ਵਾਰੀ ਵੀ ਇਸ਼ਨਾਨ ਕਰਨ ਦੇ ਨਾਲ ਜੇ ਮੈਂ ਸੋਚ ਰੱਖਾਂ ਤਾਂ ਮੇਰੇ ਮਨ ਦੀ ਸੋਚ ਨਹੀਂ ਹੋ ਸਕਦੀ। ਸੋਚੈ, ਜੇ ਆਪਾਂ ਥੋੜਾ ਜਿਹਾ ਹੌਲੀ ਪੜਾਂਗੇ ਨਾ ਫਿਰ ਮਾਤਰਾ ਆਰਾਮ ਨਾਲ ਪੜੀਆਂ ਜਾਣੀਆਂ, ਇੰਨਾ ਔਖਾ ਨਹੀਂ, ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਸੋਚੈ ਸੋਚ ਨਾ ਹੋਵੇ। ਹੁਣ ਦੇਖੋ ਇੱਥੇ ਨੰਨਾ ਮੁਕਤਾ ਹੈ, ਗੁਰਬਾਣੀ ਦੇ ਵਿੱਚ ਬਹੁਤ ਅੱਖਰ ਮੁਕਤੇ ਆਇਆ, ਨੰਨਾ ਤੱਤਾ ਤਾਂ ਬਹੁਤ ਵਾਰੀ ਮੁਕਤਾ ਆਇਆ। ਤੇ ਹੁਣ ਦੀ ਜਿਹੜੀ ਪੰਜਾਬੀ ਆਪਣੀ ਗੁਰਮੁਖੀ ਲਿਪੀ ਹੈ, ਹੁਣ ਵਾਲੀ ਜਿਹੜੀ ਪੰਜਾਬੀ ਨਾਲ ਜੇ ਆਪਾਂ ਕੰਪੈਰੀਜ਼ਨ ਕਰੀਏ, ਹੁਣ ਅਸੀਂ ਮੁਕਤਾ ਅੱਖਰ ਉਡਾਈ ਦਿੱਤੇ ਆ, ਹੁਣ ਅਸੀਂ ਕੰਨੇ ਵਾਲਾ ਹੀ ਪੜ੍ਹਦੇ ਆ, ਹਨਾ, ਨੰਨੇ ਨੂੰ ਕੰਨਾ, ਤੱਤੇ ਨੂੰ ਕੰਨਾ। ਤੇ ਜਦੋਂ ਅਸੀਂ ਵੀ ਗਜ਼ਲ ਲਿਖੀ ਦੀ ਆ, ਪਹਿਲਾਂ ਜਦੋਂ ਮੈਂ ਆਪਣੇ ਉਸਤਾਦਾਂ ਕੋਲੋਂ ਸਿੱਖੀ ਸੀ, ਜਿਹੜੇ ਪੁਰਾਣੇ ਉਸਤਾਦ ਆ ਉਹ ਜਿੱਥੇ ਵੀ ਵਜ਼ਨ ਘੱਟ ਦੇਣਾ ਹੁੰਦਾ ਸੀਗਾ, ਲਘੂ ਮਾਤਰਾ ਵਰਤਣੀ ਸੀ, ਉੱਥੇ ਉਹ ਕੱਲਾ ਨੰਨਾ ਪਾਉਂਦੇ ਸੀ, ਕੱਲਾ ਤੱਤਾ ਪਾਉਂਦੇ ਸੀ। ਤੇ ਜਿਹੜੇ ਹੁਣ ਨਵੇਂ ਗਜ਼ਲ ਗੋਆ ਉਹ ਕਹਿੰਦੇ ਨਹੀਂ ਜੀ
ਇੱਥੇ ਤੁਸੀਂ ਪੂਰਾ ਨੰਨੇ ਨੂੰ ਕੰਨਾ ਪਾਓ, ਕਿਉਂਕਿ ਹੋਣ ਦੀ ਭਾਸ਼ਾ ਜਿਹੜੀ ਪੰਜਾਬੀ ਉਹ ਚ ਕੰਨਾ ਹੀ ਪੈਂਦਾ ਆ, ਤੇ ਨ ਕੱਲਾ ਨਹੀਂ ਬੋਲਿਆ ਜਾਂਦਾ, ਨਾ ਹੀ ਬੋਲਿਆ ਜਾਂਦਾ। ਜਿਹਨੇ ਗਜ਼ਲ ਨੂੰ ਗਾਉਣਾ ਆ ਉਹਨੇ ਆਪੇ ਹੀ ਵਜ਼ਨ ਦੇਖ ਲੈਣਾ। ਹੁਣ ਜਿਹੜੇ ਬੱਚੇ ਸਾਡੇ ਸ਼ਬਦ ਗਾਉਂਦੇ ਆ ਇਹਨਾਂ ਨੂੰ ਪਤਾ, ਯੁਵਰਾਜ ਹੋਰਾਂ ਨੂੰ, ਕਿ ਇੱਥੇ ਅਸੀਂ ਜਿੱਥੇ ਕੱਲਾ ਨੰਨਾ ਮੁਕਤਾ ਆ ਗੁਰਬਾਣੀ ਚ ਆਉਂਦਾ, ਉੱਥੇ ਆਪਾਂ ਨਾ ਨਹੀਂ ਬੋਲਣਾ, ਉੱਤੇ ਆਪਾਂ ਜਿਹੜਾ ਸਟ੍ਰੈਸ ਘੱਟ ਦੇਣਾ, ਉੱਥੇ ਨਾ ਹੀ ਬੋਲਣਾ। ਸੋਚੈ ਸੋਚ ਨਾ ਹੋਵੇ, ਨਾ ਹੋਵੇ ਨਾ। ਉਹ ਮਾਤਰਾ ਪੂਰੀਆਂ ਕੀਤੀਆਂ ਗੁਰੂ ਸਾਹਿਬ ਨੇ, ਰਾਗ ਦੀਆਂ, ਕਵਿਤਾ ਦੀਆਂ, ਦੋਨਾਂ ਚੀਜ਼ਾਂ ਦੀਆਂ, ਛੰਦ ਦੀਆਂ ਵੀ ਤੇ ਰਾਗ ਦੀਆਂ ਵੀ। ਇਸ ਕਰਕੇ ਉੱਥੇ ਛੋਟੀ ਮਾਤਰਾ ਜਿਹੜੀ ਘੱਟ ਵਜ਼ਨ ਦੇਣਾ ਉੱਤੇ, ਤੇ ਉਹ ਨ ਤਾਂ ਮੁਕਤਾ ਅੱਖਰ ਬਹੁਤ ਆਣੇ ਗੁਰਬਾਣੀ ਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਇਸੇ ਤਰ੍ਹਾਂ ਅੱਗੋਂ ਤੇ ਅਗਲੀ ਲਾਈਨ ਜਿਹੜੀ ਆ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇੱਥੇ ਵੀ ਦੇਖੋ ਚੁੱਪ ਹੈ, ਆਪਾਂ ਕਹਿੰਦੇ ਚੁੱਪੇ ਚੁੱਪ ਨਾ ਹੋਵੇ, ਕਾਲੀ ਕਾਲੀ ਜਦੋਂ ਪਾਠ ਕਰੀਏ, ਚੁੱਪੈ ਚੁੱਪ ਨਾ ਹੋਵੇ, ਨਾ ਹੋਵੇ, ਨਾ ਹੋਵੇ ਨਹੀਂ, ਨਾ ਹੋਵੇ, ਨਾ ਬੋਲਣਾ ਇਹਨੂੰ, ਜੇ ਲਾਏ ਰਹਾ ਲਿਵਤਾਰ। ਤੇ ਇਸੇ ਤਰ੍ਹਾਂ ਅੱਗੋਂ ਆ ਗਿਆ, ਸਾਹਸ ਸਿਆਣਪਾ ਲੱਖ ਹੋਏ, ਅਗਲੀ ਲਾਈਨ, ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਥੇ ਵੀ ਸਾਹਸ ਸਿਆਣਪਾ, ਪੱਪੇ ਦੇ ਦੇਖੋ, ਪੱਪੇ ਨੂੰ ਕੰਨਾ ਉੱਤੇ ਬਿੰਦੀ ਨਹੀਂ, ਆਪਾਂ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਆਪਾਂ ਕਾਹਲੀ ਚ ਪਾਠ ਕਰਦੇ ਹਾਂ ਆਪਾਂ ਸਿਆਣਪਾ ਕਹਿੰਦੇ ਹਾਂ, ਪਰ ਜੇ ਗੁਰੂ ਸਾਹਿਬ ਨੇ ਨਹੀਂ ਬਿੰਦੀ ਲਾਈ ਤੇ ਸਾਨੂੰ ਕੀ ਲੋੜ ਆ ਆਪਾਂ ਬਿੰਦੀ ਲਾ ਕੇ ਬੋਲੀਏ। ਭਾਵੇਂ ਹੁਣ ਦੀ ਪੰਜਾਬੀ ਚ ਆਪਾਂ ਸਿਆਣਪਾ ਹੀ ਲਿਖਦੇ ਹਾਂ, ਹਨਾ, ਇਹਦਾ ਮਤਲਬ ਵੀ ਸਿਆਣਪਾਈਆਂ ਤੇ ਬਿੰਦੀ ਵਾਲਾ ਹੀ ਇਹਦਾ ਮਤਲਬ ਆ। ਪਰ ਗੁਰੂ ਸਾਹਿਬ ਨੇ ਜਿਵੇਂ ਲਿਖਿਆ ਆਪਾਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਆ। ਆਪਾਂ ਸਾਹਸ ਸਿਆਣਪਾ ਲੱਖ ਹੋਏ, ਹਾਹੇ ਨੂੰ ਸਿਹਾਰੀ ਆ। ਤਕਰੀਬਨ ਆਪਾਂ ਸਿਹਾਰੀ ਚ ਬਹੁਤ ਗਲਤੀ ਕਰਦੇ ਨੇ ਬੋਲਣ ਚ, ਹੋਏ ਕਹਿ ਦਿੰਦੇ ਇਹਨੂੰ, ਈੜੀ ਨੂੰ ਲਾਮ ਨਹੀਂ, ਹੋਏ। ਸਾਹਸ ਸਿਆਣਪਾ ਲੱਖ ਹੋਏ, ਤ ਹੀ ਬੋਲਣਾ ਇਹਨੂੰ, ਤਾਂ ਨਹੀਂ ਬੋਲਣਾ, ਤਾਂ ਇੱਕ ਨਾ ਚੱਲੇ ਨਹੀਂ ਬੋਲਣਾ, ਤ ਇੱਕ ਨਾ ਚੱਲੇ, ਚੱਲੇ ਨਾਲ। ਮੇਰੇ ਕੋਲੋਂ ਵੀ ਅਜੇ ਗਲਤੀਆਂ ਹੋ ਜਾਂਦੀਆਂ, ਮੈਂ ਵੀ ਅਜੇ ਸਿਖਾਂਦਰ ਹੋਈ ਹਾਂ ਤੁਹਾਡੇ ਵਰਗੀ। ਇੱਕ ਨਾ ਚੱਲੇ, ਚੱਲੇ ਨਾਲ, ਨਾਲ ਲੰਮਾ ਨਹੀਂ ਕਰ ਸਕਦੇ ਕਿਉਂਕਿ ਲੱਲੇ ਨੂੰ ਸਿਹਾਰੀ ਆ। ਸਿਹਾਰੀ ਵਾਲਾ ਤੇ ਔਂਕੜ ਵਾਲਾ ਅੱਖਰ ਜਿਹੜਾ ਉਹ ਆਪਾਂ ਉਹਦੀ ਆਵਾਜ਼ ਛੋਟੀ ਰੱਖਣੀ ਆ, ਉਹਨੂੰ ਉੱਥੇ ਖਤਮ ਕਰ ਦੇਣਾ, ਉਹਨੂੰ ਲੰਬਾ ਨਹੀਂ ਲਿਜਾ ਸਕਦੇ ਏਦਾਂ ਹੇਕ ਲਾ ਕੇ। ਤੇ ਇਸੇ ਤਰ੍ਹਾਂ ਹੀ ਅੱਗੋਂ ਹੈ ਹੋਈ ਹੈ, ਕੂੜ ਹੈ, ਟੁੱਟ ਹੈ, ਇਹ ਸਾਰੇ ਅੱਖਰ ਆਪਾਂ ਵਰਡ ਧਿਆਨ ਨਾਲ ਜੇ ਪੜਾਂਗੇ ਤਾਂ ਫਿਰ ਸਾਡੇ ਕੋਲੋਂ ਦੁਲਾਵਾਂ ਬੋਲੀਆਂ ਜਾਣਗੀਆਂ। ਆਪਾਂ ਦੁਲਾਵਾਂ ਚ ਬਹੁਤ ਗਲਤੀਆਂ ਕਰਦੇ ਹਾਂ, ਦੁਲਾਵਾਂ ਨੂੰ ਆਪਾਂ ਲਾਮ ਹੀ ਪੜ ਜਾਂਦੇ ਹਾਂ। ਤੇ ਅੱਗੋਂ ਆ ਗਿਆ ਤੀਜੀ ਪੌੜੀ ਹੈ, ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਇਹਦੇ ਵਿੱਚ ਗਾਵੈ ਕੋ ਆਪਾਂ ਕਹਿੰਦਾ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਾਲੀ ਕਾਲੀ ਪਾਠ ਕਰੀਏ, ਗਾਵੈ, ਗਾਵੈ ਕੋ ਤਾਣ, ਗਾਵੈ ਕੋ, ਉੱਥੇ ਆਪਾਂ ਪੌਜ਼ ਦੇ ਸਕਦੇ ਹਾਂ। ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਕੌਮਾ ਨਹੀਂ ਲੱਗਾ ਆ। ਇਹ ਵੀ ਧਿਆਨ ਰੱਖਣਾ ਕਿ ਆਪਾਂ ਪੌਜ਼ ਕਿੱਥੇ ਦੇਣਾ, ਕਿੱਥੇ ਪੌਜ਼ ਹੋਣਾ ਚਾਹੀਦਾ। ਗਾਵੈ ਕੋ, ਜੇ ਕਿਸੇ ਮਨੁੱਖ 'ਚ ਜਿੰਨੀ ਸਮਰੱਥਾ ਹੁੰਦੀ ਉਹ ਤਾਂ ਉਹਨੇ ਰੱਬ ਦੇ ਤਾਣ ਨੂੰ ਗਾਉਂਦਾ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਤਾਣ, ਤਾਣ ਤੇ ਬਾਅਦ ਪੌਜ਼ ਆ ਗਿਆ। ਹੋਵੇ ਕਿਸੇ, ਹੋਵੇ ਗਾਵੈ ਉਹਨੂੰ ਵੀ ਦੁਲਾਵਾਂ, ਹੋਵੇ ਦੁਲਾਵਾਂ, ਫਿਰ ਕਿਸੇ ਦੁਲਾਵਾਂ ਆ, ਤਾਣ ਨਾਣੇ ਔਂਕੜ ਆ, ਹੋਵੇ ਕਿਸੇ ਤਾਣ ਅਖੀਰ ਚ ਫਿਰ ਨਾਣੇ ਨੂੰ ਔਂਕੜ ਆ। ਸੋ ਇਹ ਸਾਰਿਆਂ ਦੀ ਆਪਾਂ ਜਿੱਥੇ ਔਂਕੜ ਆ ਛੋਟੀ ਆਵਾਜ਼ ਰੱਖਣੀ ਆ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਤੇ ਇਹ ਧਿਆਨ ਨਾਲ ਆਪਾਂ ਬੋਲਣਾ। ਅੱਗੋਂ ਆ ਗਿਆ ਕਥਨਾ ਕਥੀ ਨ ਆਵੈ ਤੋਟ, ਫਿਰ ਨਾ ਆ ਗਿਆ, ਨਾ ਨੂੰ ਫਿਰ ਨਾ ਹੀ ਬੋਲਣਾ, ਨਾ ਨਹੀਂ ਬੋਲਣਾ। ਆਵੈ ਤੋਟ, ਤੋਟ ਖਤਮ ਕਰ ਦੇਣਾ, ਤੋਟ ਏਦਾਂ ਨਹੀਂ ਲੰਬਾ ਨਹੀਂ ਜਾਣਾ। ਤੇ ਫਿਰ ਅੱਗੋਂ ਆ ਗਿਆ ਕਥ ਕਥ ਕਥੀ ਕੋਟੀ ਕੋਟ ਕੋਟ, ਤੇ ਇਹਦੇ ਵਿੱਚ ਤੀਜੀ ਪੌੜੀ ਚ, ਤੇ ਇਹ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਕੋਟ ਕੋਟ ਹੈ ਇਹਨਾਂ ਦੇ ਲਫ਼ਜ਼ ਦੇ ਮੀਨਿੰਗ ਦੱਸੇ ਆ ਕਿ ਜਿੰਨਾ ਗੁਰਬਾਣੀ ਦੇ ਵਿੱਚ ਜਿੱਥੇ ਤਾਂ ਕੋਟ ਗੁਰੂ ਸਾਹਿਬ ਨੇ ਸਿਹਾਰੀ ਦੇ ਨਾਲ ਲਿਖਿਆ ਹੈ ਨਾ, ਜਿਵੇਂ ਇੱਥੇ ਆ ਕੋਟ ਕੋਟ, ਇਹਦਾ ਮਤਲਬ ਆ ਕੋਟ ਦਾ ਮਤਲਬ ਆ ਕਰੋੜਾਂ। ਜੇ ਕੋਟ ਤਿੰਨ ਤਰ੍ਹਾਂ ਦੇ ਨਾਲ ਆਉਂਦਾ, ਇੱਕ ਇਸੇ ਤਰ੍ਹਾਂ ਸਿਹਾਰੀ ਨਾਲ, ਇਹਦਾ ਮਤਲਬ ਕਰੋੜਾਂ ਜਿੱਥੇ ਵੀ ਗੁਰਬਾਣੀ ਚ ਆਇਆ। ਤੇ ਜੇ ਕੋਟ ਟੈਂਕੇ ਦੇ ਥੱਲੇ ਔਂਕੜ ਆ, ਉਹ ਵੀ ਆਇਆ ਕਈ ਥਾਵਾਂ ਤੇ, ਉਹਦਾ ਮਤਲਬ ਆ ਕਿਲਾ। ਜੇ ਕੋਟ ਟੈਂਕੇ ਥੱਲੇ ਔਂਕੜ ਵੀ ਨਹੀਂ, ਸਿਹਾਰੀ ਵੀ ਨਹੀਂ, ਫਿਰ ਉਹ ਕੋਟ ਦਾ ਮਤਲਬ ਆ ਕਿਲੇ, ਬਹੁਵਚਨ ਹੋ ਗਿਆ ਹੈ ਨਾ। ਇੱਕ ਵਚਨ ਦਿਖਾਉਣ ਦੇ ਲਈ ਉਹਨਾਂ ਨੇ ਔਂਕੜ ਪਾਇਆ ਗੁਰੂ ਸਾਹਿਬ ਨੇ ਬਹੁਤ ਥਾਈਂ, ਤੇ ਜੇ ਬਹੁਵਚਨ ਜੇ ਨਹੀਂ ਔਂਕੜ ਪਾਇਆ ਤਾਂ ਮਤਲਬ ਉਹ ਬਹੁਵਚਨ ਆ।
ਇਹ ਗੁਰਬਾਣੀ ਵਿਆਕਰਨ ਉਹਨਾਂ ਨੇ ਜਿਉਂ-ਜਿਉਂ ਪਹਿਲਾਂ ਵਿਆਕਰਨ ਲਿਖੀ ਤੇ ਕਹਿੰਦੇ ਫਿਰ ਮੇਰੇ ਸਾਹਮਣੇ ਟੀਕਾ ਕਰਨਾ ਬਹੁਤ ਸੌਖਾ ਹੋ ਗਿਆ, ਕਿਉਂਕਿ ਸਾਰੀ ਗੁਰਬਾਣੀ ਕਿਸੇ ਵਿਆਕਰਨ ਦੇ ਅਧੀਨ ਲਿਖੀ ਗਈ ਆ। ਤੇ ਉਸ ਵੇਲੇ ਦੀ ਜਿਹੜੀ ਗੁਰਬਾਣੀ ਜਿਸ ਵਿੱਚ ਪੰਜਾਬੀ ਪ੍ਰਚਲਿਤ ਸੀ, ਉਹ ਗੁਰਬਾਣੀ ਦੀ ਜਿਹੜੀ ਇੱਕ ਵਿਆਕਰਨ ਆ ਹਨਾ, ਉਸ ਵਿਆਕਰਨ ਦੇ ਅਧੀਨ ਆ ਸਾਰੀਆਂ ਤੁਕਾਂ। ਤੇ ਅੱਗੋਂ ਆ ਗਿਆ ਇਹ 5ਵੀਂ 6ਵੀਂ ਪੌੜੀ ਚ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਇੱਥੇ ਦੇਖੋ ਗੁਰਾ ਤੋਂ ਬਾਅਦ ਪੌਜ਼, ਇੱਥੇ ਹੁਣ ਜਿਹੜੇ ਉਹਨਾਂ ਨੇ ਆਪਣੇ ਟਕਸਾਲੀ ਹੈਗੇ ਵੀਰ ਦਰਸ਼ਨ ਸਿੰਘ ਮੱਲੇਵਾਲ, ਜਿਹੜੇ ਇੱਥੇ ਆਪਣੇ ਬਾਬਾ ਜੀ ਸੰਥਿਆ ਦਿੰਦੇ, ਉਹਨਾਂ ਨੇ ਇਹ ਜਿਹੜੀਆਂ ਸੈਂਚੀਆਂ ਤੇ ਬਣਾਈਆਂ ਤੇ ਗੁਟਕਾ ਸਾਹਿਬ ਜਿਹੜੇ ਤਿਆਰ ਕੀਤੇ ਆ, ਉਹਦੇ ਵਿੱਚ ਉਹਨਾਂ ਨੇ ਜਿੱਥੇ ਜਿੱਥੇ ਪੌਜ਼ ਆ ਉੱਥੇ ਕਲਰਡ ਅੱਖਰ ਕਰ ਦਿੱਤਾ ਹੈ ਨਾ। ਇਹਦਾ ਬਹੁਤ ਫਾਇਦਾ ਹੋਇਆ। ਇਹ ਜਿਹਦੇ ਕੋਲ ਵੀ ਜਿਹਨੂੰ ਵੀ ਜਿਹੜਾ ਵੀ ਇਸ ਤੋਂ ਪਾਠ ਕਰਦਾ, ਸੈਂਚੀਆਂ ਤੋਂ ਪਾਠ ਕਰਦਾ, ਉਹਨੂੰ ਬੜਾ ਸੌਖਾ ਹੋ ਜਾਂਦਾ, ਉਹਨੂੰ ਸੋਚਣਾ ਨਹੀਂ ਪੈਂਦਾ ਕਿ ਪੌਜ਼ ਕਿੱਥੇ ਦੇਵਾਂ। ਉਹ ਕਲਰਡ ਅੱਖਰ ਆ ਉੱਥੇ, ਸਾਨੂੰ ਪਤਾ ਗੁਰਾ, ਇੱਥੇ ਆਪਾਂ ਪੌਜ਼ ਦੇਣਾ। ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਤੇ ਤਾਂ ਕੌਮੇ ਨਹੀਂ ਨਾ ਲਾ ਸਕਦੇ, ਸਾਨੂੰ ਸਮਝ ਨਹੀਂ ਲੱਗਦੀ ਕਿੱਥੇ ਕੌਮਾ ਆਪਾਂ ਦਈਏ, ਕਿੱਥੇ ਪੌਜ਼ ਦਈਏ। ਇੱਥੇ ਉਹਨਾਂ ਨੇ ਕਲਰਡ ਅੱਖਰ ਕਰਕੇ ਸਾਡੇ ਲਈ ਸੌਖਾ ਕਰ ਦਿੱਤਾ। ਪਤਾ ਨਹੀਂ ਕਿਉਂ ਆਪਣੇ ਗੁਰੂ ਘਰ ਚੋਂ ਇਹਨਾਂ ਨੂੰ ਚੁਕਾ ਦਿੱਤੀਆਂ ਗੁਟਕਿਆ ਸਾਹਿਬ। ਮੈਨੂੰ ਤਾਂ ਬੜਾ ਉੱਥੋਂ ਆਨੰਦ ਆਉਂਦਾ ਸੀ ਕਰਕੇ। ਮੈਂ ਸੈਂਚੀਆਂ ਵੀ ਇਹਨਾਂ ਕੋਲੋਂ ਹੀ ਲਈਆਂ ਬਾਬਾ ਜੀ ਕੋਲੋਂ, ਉਹਨਾਂ ਸੈਂਚੀਆਂ ਤੋਂ ਹੀ ਪਾਠ ਕਰਦੀਆਂ। ਤੇ ਇੱਥੇ ਸਾਨੂੰ ਪੌਜ਼ ਜਿਹੜਾ ਸਮਝਣਾ ਸੌਖਾ ਹੋ ਗਿਆ। ਹੁਣ ਇੱਥੇ ਹੈ ਗੁਰਾਂ ਇੱਕ ਦੇ ਬੁਝਾਈ ਨਹੀਂ। ਇੱਕ ਦਿਨ ਨਾ ਮੈਂ ਮੰਜੀ ਸਾਹਿਬ ਤੋਂ ਕਥਾ ਸੁਣ ਰਹੀ ਸੀ, ਆਪਣੇ ਗਿਆਨੀ ਜਸਵੰਤ ਸਿੰਘ, ਉਹ ਕਹਿ ਰਹੇ ਸੀ ਕਿ ਆਪਾਂ ਆਮ ਤੌਰ ਤੇ ਕਹਿੰਦੇ ਨੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਕਹਿੰਦੇ ਜੇ ਗੁਰਾਂ ਇੱਕ ਦੇ ਬੁਝਾਈ ਆਪਾਂ ਪੜ੍ਹਦੇ ਹਾਂ, ਇਹਦਾ ਮਤਲਬ ਆ ਗੁਰੂ ਜੀ ਨੇ ਮੈਨੂੰ ਸਮਝ ਦੇ ਦਿੱਤੀ। ਜੇ ਆਪਾਂ ਗੁਰਾ ਪੜ੍ਹਦੇ, ਗੁਰਾ ਥੋੜਾ ਜਿਹਾ ਪੌਜ਼ ਦਿਓ ਇੱਥੇ, ਕੌਮਾ ਲਾ, ਗੁਰਾ ਇੱਕ ਦੇ ਬੁਝਾਈ, ਗੁਰੂ ਜੀ ਮੈਨੂੰ ਸਮਝ ਦਿਓ, ਗੁਰੂ ਜੀ ਮੈਨੂੰ ਇਸ ਗੱਲ ਦੀ ਸਮਝ ਦਿਓ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਦੇਖੋ ਇੱਥੇ ਪੌਜ਼ ਨਾਲ ਤੇ ਬਿੰਦੀ ਨਾਲ ਕਿੰਨਾ ਫਰਕ ਪੈ ਗਿਆ ਹੈ ਨਾ। ਤੇ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। 1606 ਅੰਗ ਤੇ ਹੈ। ਸਵਈਏ ਮਹੱਲੇ ਪੰਜਵੇਂ ਕੇ ਭੱਟ ਕਲਸਹਾਰ ਦੀ ਲਿਖੀ ਹੋਈ ਆ। ਇਹ ਜਿਹੜੇ ਕਲਸਹਾਰ ਭੱਟ ਸੀਗੇ ਉਹਨਾਂ ਦੀ ਲਿਖੀ ਹੋਈ ਤੁਕ ਹੈ। ਇਹਨਾਂ ਦੇ ਗੁਰੂ ਅਰਜਨ ਗੁਰੂ ਰਾਮਦਾਸ ਜੀ ਦੀ ਉਸਤਤ ਚ ਲਿਖੀ ਹੋਈ, ਮਹੱਲੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਉਸਤਤ ਚ ਲਿਖੀ ਆ। ਤੇ ਉਹਦੇ ਵਿੱਚ ਹੈ ਗੁਰ ਅਰਜਨ। ਜੇ ਆਪਾਂ ਇੱਥੇ ਪੌਜ਼ ਦਿੰਨੇ ਆ, ਗੁਰ ਅਰਜਨ ਪੌਜ਼ ਦਿੱਤਾ, ਗੁਰ ਘਰ ਗੁਰ ਰਾਮਦਾਸ, ਵੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਭਗਤ ਪੈਦਾ ਹੋਏ ਹੈ ਨਾ। ਇਹਦਾ ਮੀਨਿੰਗ ਸਹੀ ਬਣ ਗਿਆ। ਜੇ ਆਪਾਂ ਇਹੀ ਪੌਜ਼ ਘਰ ਤੋਂ ਬਾਅਦ ਦੇ ਦਈਏ, ਗੁਰੂ ਅਰਜਨ ਘਰ ਗੁਰੂ ਰਾਮਦਾਸ, ਫਿਰ ਕੀ ਮੀਨਿੰਗ ਬਣ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਰਾਮਦਾਸ ਜੀ ਪੈਦਾ ਹੋਏ। ਬਿਲਕੁਲ ਮੀਨਿੰਗ ਉਲਟ ਹੋ ਗਿਆ ਹੈ ਨਾ। ਦੇਖੋ ਇੱਕ ਪੌਜ਼ ਦੇ ਨਾਲ ਹੀ। ਸੋ ਇਹ ਪੌਜ਼ ਜਿਹੜੇ ਆ ਠਹਿਰਾਓ ਆ, ਇਹਦਾ ਬਹੁਤ ਧਿਆਨ ਰੱਖਣਾ ਕਿ ਕਿੱਥੇ ਦੇਣਾ ਹੈ ਨਾ। ਤੇ ਇਹ ਜਿਹੜੇ ਏਦਾਂ ਉਹਨਾਂ ਨੇ ਕਲਰਡ ਅੱਖਰ ਕਰ ਦਿੱਤੇ, ਇਹਨਾਂ ਦਾ ਬਹੁਤ ਫਾਇਦਾ ਹੁੰਦਾ ਕਿ ਗੁਰੂ ਅਰਜਨ ਘਰ ਗੁਰੂ ਰਾਮਦਾਸ, ਉਹਦਾ ਮੀਨਿੰਗ ਜਿਹੜਾ ਕਲੀਅਰ ਹੋ ਗਿਆ ਹੈ ਨਾ। ਸੋ ਜੇ ਹੋ ਸਕੇ ਤਾਂ ਸਾਨੂੰ ਸੰਥਿਆ ਲੈ ਲੈਣੀ ਚਾਹੀਦੀ ਹੈ। ਜੇ ਆਪਾਂ ਨਹੀਂ ਵੀ ਸੰਥਿਆ ਲੈ ਸਕਦੇ ਤਾਂ ਉਹਨਾਂ ਦੇ ਇਹ ਜਿਹੜੇ ਟਕਸਾਲੀ ਵੀਰਾਂ ਨੇ ਜਿਹੜੇ ਛਾਪੇ ਆ ਗੁਟਕਾ ਸਾਹਿਬ ਜਾਂ ਸੈਂਚੀਆਂ, ਤੇ ਮੇਰਾ ਖਿਆਲ ਇਹ ਬਹੁਤ ਫਾਇਦੇਮੰਦ ਆ। ਤੇ ਇਹ ਲੈ ਕੇ ਇਹਨਾਂ ਤੋਂ ਪਾਠ ਕਰੋ ਤਾਂ ਇਹਨਾਂ ਤੋਂ ਪਾਠ ਦਾ ਵੱਖਰਾ ਹੀ ਆਨੰਦ ਆਉਂਦਾ ਹੈ ਨਾ। ਤੇ ਅੱਗੋਂ ਆ ਜਾਂਦਾ 12 ਤੋਂ 15 ਤੱਕ ਮੰਨੇ ਦੀਆਂ ਪੌੜੀਆਂ। ਪਹਿਲੀ ਪੌੜੀ ਜਿਹੜੀ ਮੰਨੇ ਦੀ ਹੈ, ਮੰਨੇ ਕੀ ਗਤ ਕਹੀ ਨਾ ਜਾਏ ਹੈ ਨਾ। ਤੇ ਇਹਦੇ ਵਿੱਚ ਹੈ ਮੰਨੇ। ਦੇਖੋ ਨੰਨੇ ਨੂੰ ਇੱਕ ਲਾਵਾਂ ਇੱਥੇ ਹੈ ਨਾ। ਮੰਨੇ ਕੀ ਗਤ ਕਹੀ ਨਾ ਜਾਏ, ਗਤ ਤੋਂ ਬਾਅਦ ਪੌਜ਼ ਆ ਗਿਆ, ਮੰਨੇ ਕੀ ਗਤ ਕਹੀ ਨਾ ਜਾਏ। ਤੇ ਉਸ ਤੋਂ ਅਗਲੀਆਂ ਜਿਹੜੀਆਂ ਪੌੜੀਆਂ ਉਹਨਾਂ ਵਿੱਚ ਮੰਨਾ ਆ। ਉਹਨਾਂ ਵਿੱਚ ਜਿਹੜੀਆਂ ਅਗਲੀਆਂ ਇਹਦੇ ਪੌੜੀਆਂ ਹੈਗੀਆਂ 13ਵੀਂ 14ਵੀਂ 15ਵੀਂ, ਉਹਨਾਂ ਵਿੱਚ ਨੰਨੇ ਨੂੰ ਦੁਲਾਵਾਂ। ਤੇ ਅਸੀਂ ਸਾਰੀਆਂ ਪੌੜੀਆਂ ਨੂੰ ਇੱਕੋ ਹੀ ਲੈ ਦੇ ਵਿੱਚ ਪੜ੍ਹ ਜਾਂਦੇ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ ਹੈ ਨਾ। ਤੇ ਇਸ ਤਰ੍ਹਾਂ ਨਹੀਂ ਹੈ, ਉਹਦੇ ਵਿੱਚ ਮੰਨਣਾ ਹੈ। ਮੰਨੇ ਕੀ ਇੱਥੇ ਤਾਂ ਹੋ ਗਿਆ ਨਾ ਵੀ ਮੰਨਣ ਵਾਲੇ ਦੀ, ਉੱਥੇ ਮੰਨੈ ਤੋਂ ਬਾਅਦ ਪੌਜ਼ ਆ। ਤੇ ਇਹਦਾ ਮਤਲਬ ਜੇ ਮੰਨ ਲਈਏ, ਜੇ ਸਾਨੂੰ ਨਾਮ ਦੀ ਲਗਨ ਲੱਗ ਜਾਏ ਤਾਂ ਸਾਡੀ ਸੁਰਤ ਉੱਚੀ ਹੋ ਜਾਂਦੀ ਆ। ਮੰਨੈ ਪੌਜ਼ ਵੀ ਦੇਣਾ ਤੇ ਮੰਨੈ ਆ, ਉੱਥੇ ਇੰਨਾ ਫਰਕ ਆ ਜੇ ਆਪਾਂ ਥੋੜਾ ਧਿਆਨ ਦੇ ਨਾਲ ਪੜ੍ਹੀਏ। ਫਿਰ ਅੱਗੋਂ ਆ ਜਾਂਦੀ ਆ 27ਵੀਂ ਪੌੜੀ। ਦੇਖੋ ਜਪਜੀ ਸਾਹਿਬ ਦੀ 27ਵੀਂ ਪੌੜੀ ਹੈ, ਜਿਹੜੀ
ਜਿਹਦੇ ਵਿੱਚ ਆ ਜਾਂਦਾ ਗਾਵੇ ਚਿਤ ਗੁਪਤ ਲਿਖ ਜਾਣੇ, ਹੈ ਨਾ। ਇਹਦੇ ਵਿੱਚ ਆ ਜਾਂਦਾ ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਜਿਹੜੀ ਸੋਦਰ ਚ ਵੀ ਹੈ ਪੌੜੀ। ਇਹੀ ਪੌੜੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ 27ਵੀਂ ਪੌੜੀ ਦੇ ਵਿੱਚ ਅੰਗ 6 ਤੇ ਆ, ਜੇ ਆਪਾਂ ਪੜਾਂਗੇ ਇਹਦੇ ਵਿੱਚ ਨਾ ਗਾਵੇ ਚਿਤ ਗੁਪਤ ਲਿਖ ਜਾਣੇ, ਹੈ ਨਾ। ਹਾਂ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਤੇ ਇਹਦੇ ਵਿੱਚ ਦੇਖੋ ਤੁਸੀਂ, ਗਾਵੇ ਹਾਹੇ ਨੂੰ ਸਿਹਾਰੀਆ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਤੇ ਹੁਣ ਜੇ ਇਹੀ ਪੌੜੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸੋਦਰ ਚ ਦਿੱਤੀ ਆ 8 ਅੰਗ ਤੇ, ਇਹ 6 ਅੰਗ ਤੇ ਆ, ਜਪਜੀ ਸਾਹਿਬ ਦੇ ਵਿੱਚ ਆ, ਤੇ 27ਵੀਂ ਪੌੜੀ ਜਦੋਂ ਇਸੇ ਪੌੜੀ ਨੂੰ ਉਹਨਾਂ ਨੇ ਸੋਦਰ ਦੇ ਵਿੱਚ ਲਿਖਿਆ ਤਾਂ ਉੱਥੇ ਉਹਨਾਂ ਨੇ ਲਫ਼ਜ਼ ਜਿਹੜੇ ਥੋੜੇ ਜਿਹੇ ਚੇਂਜ ਕਰ ਦਿੱਤੇ। ਉੱਥੇ ਹੈ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਅਗਲੀ ਕੱਢਣਾ, ਜਦੋਂ ਉੱਥੇ ਹੈਗੀ ਆ ਉਹ ਅੰਗ 8 ਤੇ ਆ, ਸੋਦਰ ਦੀ ਬਾਣੀ ਅੰਗ 8 ਤੇ ਆ, ਜਾਂ ਉਹ ਅੱਗੋਂ ਰਾਗ ਆਸਾ ਚ ਵੀ 347 ਤੇ ਵੀ ਦਿੱਤੀ ਹੋਈ ਆ। ਤੇ ਉੱਥੇ ਹੈ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਉੱਥੇ ਗਾਵਨ ਤੁਧਨੋਂ ਹੈ, ਇੱਥੇ ਹੈ ਗਾਵੇ ਚਿੱਤ ਗੁਪਤ ਲਿਖ ਜਾਣੇ, ਉੱਥੇ ਹੈ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਹੁਣ ਆਪਾਂ ਗੁਰੂ ਸਾਹਿਬ ਨੂੰ ਇਹ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਤੁਸੀਂ ਪਹਿਲਾਂ 6 ਅੰਗ ਜਿਹੜੀ ਜਪਜੀ ਸਾਹਿਬ ਚ ਪੌੜੀ ਦਿੱਤੀ ਉਹੀ ਸੇਮ ਪੌੜੀ ਤਾਂ ਇੱਧਰ ਆ, ਹੈਨਾ, ਤੇ ਤੁਸੀਂ ਉੱਥੇ ਲਿਖਿਆ ਗਾਵੇ ਚਿੱਤ ਗੁਪਤ ਲਿਖ ਜਾਣੇ, ਤੇ ਇੱਥੇ ਤੁਸੀਂ ਗਾਵਨ ਲਾਤਾ ਤੇ ਤੁਧਨੋਂ ਲਾਤਾ, ਹਨਾ, ਦੋਨਾਂ ਦਾ ਡਿਫਰੈਂਸ ਦੇਖੋ। ਤੇ ਇਹਦੇ ਵਿੱਚ ਜਿਹੜੀ ਹੈਗੀ ਆ, ਜਦੋਂ ਜਪਜੀ ਸਾਹਿਬ ਦੇ ਵਿੱਚ ਇਹ ਪੌੜੀ ਆ ਤੇ ਉਹਦੇ ਵਿੱਚ 4 ਵਾਰੀ ਗਾਵਨ ਆਉਂਦਾ, ਬਾਕੀ ਸਾਰੇ ਗਾਵਾ ਹੀ ਆ, ਗਾਵੇ ਗਾਵੇ। ਤੇ ਜਦੋਂ ਇਹ ਪੌੜੀ ਇੱਧਰ ਸੋਦਰ ਚ ਆਪਾਂ ਪੜ੍ਹਦੇ ਆ 8 ਅੰਗ ਤੇ, ਜਾਂ ਫਿਰ ਅੱਗੋਂ ਆਸਾ ਰਾਗ ਆਸਾ ਦੇ ਵਿੱਚ ਫੇਰ ਪੜ੍ਹਦੇ ਆ 347 ਅੰਗ ਤੇ, 3 ਵਾਰੀ ਇਹ ਪੌੜੀ ਆਉਂਦੀ ਆ, ਹਨਾ। ਤੇ ਉੱਥੇ ਜਿਹੜਾ ਗੁਰੂ ਸਾਹਿਬ ਨੇ ਗਾਵਨ ਤੁਧਨੋਂ, ਆ ਦੇਖੋ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਾ। ਤੇ ਹੁਣ ਜਿੰਨੀ ਕਿ ਮੈਨੂੰ ਗੁਰੂ ਸਾਹਿਬ ਨੇ ਸੋਝੀ ਦਿੱਤੀ, ਮੈਨੂੰ ਇਹ ਲੱਗਦਾ ਕਿ ਪਹਿਲਾਂ ਗੁਰੂ ਸਾਹਿਬ ਨੇ ਜਪਜੀ ਸਾਹਿਬ, ਉਸ ਵੇਲੇ ਜਪਜੀ ਸਾਹਿਬ ਆਪਾਂ ਨਿਤਨੇਮ ਦੀਆਂ ਬਾਣੀਆਂ ਚ ਸ਼ਾਮਲ ਆ, ਹਨਾ, ਇਹ ਰਾਗ ਮੁਕਤ ਬਾਣੀ ਆ, ਤੇ ਇਹਨੂੰ ਆਪਾਂ ਰਾਗ ਤੋਂ ਬਿਨਾਂ ਪੜ੍ਹ ਸਕਦੇ ਆ। ਤੇ ਆਪਾਂ ਜਪਜੀ ਸਾਹਿਬ ਪੜ੍ਹਨਾ ਹੁੰਦਾ ਸੀ, ਤੇ ਫਿਰ ਗੁਰੂ ਸਾਹਿਬ ਨੇ ਜਦੋਂ ਸੋਦਰ ਰਹਿ ਰਸ ਸ਼ਾਮ ਨੂੰ ਪੜ੍ਹਦੇ ਸੀਗੇ ਸਿੱਖ ਜਿਹੜੇ ਸੀ, ਫੇ ਰਾਤ ਨੂੰ ਪੜ੍ਹਦੇ ਸੀ ਸੋਲਾ ਸਾਹਿਬ ਦੀ ਬਾਣੀ। ਤੇ ਜਿਹੜਾ ਸੋਦਰ ਦੀ ਬਾਣੀ ਜਿਹੜੀ ਆ ਉਹ ਰਾਗ ਆਸਾ ਚ ਆ ਜਾਂਦੀ ਆ, ਹਨਾ, ਅੱਗੋਂ ਰਾਗ ਆਸਾ ਚ ਵੀ 347 ਅੰਗ ਤੇ ਦਿੱਤੀ ਆ। ਤੇ ਉਸ ਵੇਲੇ ਜਦੋਂ ਉਹਨੂੰ ਰਾਗ ਦੇ ਵਿੱਚ ਗਾਉਣਾ ਤੇ ਆਪਣੇ ਬੱਚਿਆਂ ਨੂੰ ਪਤਾ, ਤੇ ਉਸ ਵੇਲੇ ਉਹ ਰਾਗ ਦੇ ਵਿੱਚ ਮਾਤਰਾ ਘਟਦੀਆਂ, ਮੈਨੂੰ ਜਿੰਨੀ ਕਿ ਸੋਝੀ ਦਿੱਤੀ ਆ, ਮੈਨੂੰ ਲੱਗਦਾ ਕਿ ਉਹ ਰਾਗ ਦੇ ਵਿੱਚ ਮਾਤਰਾ ਜਿਹੜੀਆਂ ਸੀ ਗਾਵੇ ਚਿੱਤ ਗੁਪਤ ਲਿਖ ਜਾਣੇ, ਉਹ ਰਾਗ ਚ ਨਹੀਂ ਸੀ ਆਂਦਾ। ਤੇ ਫਿਰ ਇੱਥੇ ਗੁਰੂ ਸਾਹਿਬ ਨੇ ਗਾਵਨ ਕਰ ਦਿੱਤਾ, ਗਾਵਨ ਤੇ ਨਾਲ ਤੁਧਨੋਂ ਲਾਤਾ, ਗਾਵਨ ਤੁਧਨੋਂ, ਹਨਾ। ਮੈਨੂੰ ਇੰਨੀ ਕੁ ਸੋਝੀ ਆ, ਪਤਾ ਨਹੀਂ ਹੁਣ, ਤੇ ਵੀ ਇਦਾਂ ਫਿਰ ਉਹ ਰਾਗ ਆਸਾ ਦੇ ਵਿੱਚ ਪੂਰੀ ਅੱਗੋਂ ਇਸ ਪੌੜੀ ਦੇ ਵਿੱਚ ਅੱਗੋਂ ਸਾਰੇ ਗਾਵਨ ਤੁਧਨੋਂ ਜਦੋਂ ਰਾਗ ਆਸਾ ਚ ਵੀ ਸ਼ਾਮਲ ਕੀਤਾ ਇਹਨੂੰ ਸੋਦਰ ਦੀ ਬਾਣੀ ਨੂੰ। ਤੇ ਹੁਣ ਜੇ ਆਪਾਂ ਇਹ ਪੌੜੀ ਯਾਦ ਕੀਤੀ, ਜਪਜੀ ਸਾਹਿਬ ਆਪਾਂ ਯਾਦ ਕੀਤਾ, ਉਹਦੇ ਵਿੱਚ ਆਪਾਂ ਗਾਵੇ ਗਾਵੇ ਇਸ ਤਰ੍ਹਾਂ ਯਾਦ ਕੀਤਾ ਹੋਇਆ ਸਾਰਾ, ਗਾਵੇ ਚਿੱਤ ਗੁਪਤ ਲਿਖ ਜਾਣੇ। ਜਦੋਂ ਆਪਾਂ ਕਹਿੰਦੇ ਆ ਵੀ ਇਹੀ ਪੌੜੀ ਤਾਂ ਉਧਰ ਆ, ਸੋਦਰ ਦਾ ਪਾਠ ਕਰਨ ਲੱਗੇ ਫਿਰ ਸਾਡੇ ਕੋਲੋਂ ਗਲਤੀ ਹੋ ਜਾਂਦੀ ਆ, ਗਾਵਨ ਤੁਧਨੋਂ ਦੀ ਬਜਾਏ ਇੱਥੇ ਹੈ, ਉੱਥੇ ਹੈ ਇਹਦੇ ਵਿੱਚ ਗਾਵੇ ਤੋਹਨੋਂ, ਉਧਰ ਹੈ ਗਾਵਨ ਤੁਧਨੋਂ, ਹੈਨਾ। ਇਹ ਸਾਡੇ ਕੋਲ ਜੇ ਆਪਾਂ ਗੁਟਕਾ ਸਾਹਿਬ ਨਹੀਂ ਪੜਿਆ ਤਾਂ ਬੜੀ ਵਾਰੀ ਗਲਤੀ ਹੋ ਜਾਂਦੀ, ਮੇਰੇ ਕੋਲ ਤਾਂ ਹੋ ਜਾਂਦੀ ਆ, ਤੇ ਤੁਹਾਡੇ ਕੋਲੋਂ ਪਤਾ ਨਹੀਂ ਜਿਹੜੇ ਹੁਣ ਆਪਣੇ ਅਭਿਆਸੀ ਸੱਜਣ ਹੈਗੇ ਆ ਪ੍ਰੋਫੈਸਰ ਸਾਹਿਬ ਵਰਗੇ, ਤੇ ਉਹਨਾਂ ਨੂੰ ਹੋ ਸਕਦਾ ਕਿ ਉਹਨਾਂ ਦੇ ਅੱਖਾਂ ਅੱਗੇ ਤਸਵੀਰ ਆ ਜਾਂਦੀ ਹੋਵੇ ਵੀ ਇਹ ਹੁਣ ਸੋਦਰ ਦੀ ਬਾਣੀ ਆ, ਤੇ ਇਹਦੇ ਵਿੱਚ ਆਪਾਂ ਗਾਵਨ ਤੁਧਨੋਂ ਲਾਣਾ, ਉੱਥੇ ਗਾਵੇ ਤੋਹਨੋਂ ਪੌਣ ਪਾਣੀ ਬਸੰਤਰ, ਇੱਥੇ ਗਾਵਨ ਤੁਧਨੋਂ ਲਾਣਾ, ਹਨਾ। ਮੇਰੇ ਕੋਲੋਂ ਗਲਤੀ ਹੋ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਜੇ ਆਪਾਂ ਗੁਟਕਾ ਸਾਹਿਬ ਫੜ ਕੇ ਉਹ ਤੋਂ ਪਾਠ ਕਰੀਏ ਤਾਂ ਫਿਰ ਸਾਡੇ ਕੋਲ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਹੋਣਗੀਆਂ। ਜਦੋਂ ਆਪਾਂ ਉਸੇ ਪੌੜੀ ਨੂੰ ਉੱਧਰ ਪੜ੍ਹਨਾ ਤੇ ਆਪਾਂ ਉਹ ਸਪੈਲਿੰਗ ਜੋ ਵੀ ਉੱਥੇ ਦਿੱਤੇ ਆ ਲਗਾ ਮਾਤਰਾ ਉਸੇ ਤਰ੍ਹਾਂ ਪੜਾਂਗੇ। ਜੇ ਆਪਾਂ ਸੋਦਰ ਚ ਪੜ੍ਹਨਾ ਫਿਰ ਆਪਾਂ ਦੂਸਰੇ ਤਰ੍ਹਾਂ ਪੜਾਂਗੇ ਗਾਵਨ, ਭਾਵੇਂ ਕਿ ਗਾਵੇ ਤੇ ਗਾਵਨ ਦਾ ਬਹੁਤਾ ਫਰਕ ਨਹੀਂ, ਵੀ ਇਹੀ ਹੈ ਕਿ ਗੁਣ ਗਾ ਰਹੇ ਹਨ। ਪਰ ਪ੍ਰੋਫੈਸਰ ਸਾਹਿਬ ਸਿੰਘ ਨੇ ਦੱਸਿਆ ਕਿ ਗਾਵੇ ਇੱਕ ਬਚਨ ਆ ਤੇ ਗਾਵਨ ਬਹੁ ਬਚਨ ਆ, ਹਨਾ। ਤੇ ਪਰ ਜਿਹੜਾ ਉਹਨਾਂ ਨੇ ਅਰਥਾਂ ਦੇ ਵਿੱਚ ਇਹੀ ਲਿਖਿਆ ਵੀ ਸਾਰੇ ਪੌਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ, ਉਧਰ ਵੀ ਉਹੀ ਅਰਥ ਆ, ਉਧਰ ਵੀ ਉਹੀ ਅਰਥ ਆ। ਪਰ ਗੁਰੂ ਸਾਹਿਬ ਨੇ ਉਹਨੂੰ ਮੈਨੂੰ ਲੱਗਦਾ ਕਿ ਰਾਗ ਦੇ ਵਿੱਚ ਪੂਰੀ ਕਰਨ ਦੇ ਲਈ ਮਾਤਰਾ ਇੱਥੇ ਉਹਨਾਂ ਨੇ ਗਾਵਨ ਤੁਧਨੋਂ ਲਾਇਆ। ਤੇ ਸੋ ਆਪਾਂ ਜਿਹੜਾ ਇਹ ਧਿਆਨ ਰੱਖਣਾ ਕਿ ਰਹਿ ਰਸ ਦੀ ਬਾਣੀ ਦੇ ਵਿੱਚ ਉਹਨੂੰ ਕਿਵੇਂ ਪੜ੍ਹਨਾ
ਤੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਉਹਨੂੰ ਕਿਵੇਂ ਪੜ੍ਹਨਾ। ਅੱਗੋਂ ਦੇਖੋ ਇਹਦੇ ਜਪਜੀ ਸਾਹਿਬ ਦੇ ਐਂਡ ਦੇ ਵਿੱਚ ਜਿਹੜਾ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਦਿਵਸ ਰਾਤ ਦੋਏ ਦਾਈ ਦਾਇਆ। ਤੇ ਇੱਥੇ ਹੈ ਦੋਏ ਦਾਈ ਦਾਇਆ। ਪਰ ਜਦੋਂ ਆਪਾਂ ਕਾਲੀ ਚ ਪਾਠ ਕਰਦੇ ਹਾਂ, ਮੇਰੀਆਂ ਭੈਣਾਂ ਮੈਂ ਬਹੁਤ ਵਾਰੀ ਸੁਣਿਆ, ਤੇ ਉਹ ਕਹਿੰਦੀਆਂ ਦਿਵਸ ਰਾਤ ਦੋਏ ਦਾਈ ਦਇਆ। ਮੈਂ ਵੀ ਬੜਾ, ਜਦੋਂ ਮੈਨੂੰ ਅਜੇ ਸੋਝੀ ਨਹੀਂ ਸੀ, ਮੈਂ ਵੀ ਦਇਆ ਹੀ ਕਹਿੰਦੀ ਰਹੀ ਹੈ ਨਾ, ਦੋ ਦਾਈ ਦਇਆ। ਦਇਆ ਤਾਂ ਭਾਵ ਹੋਰ ਹੋ ਗਿਆ, ਦਇਆ ਦਾ ਮਤਲਬ ਹਨਾ, ਤੇ ਇਹ ਹੈ ਦਾਇਆ। ਦਾਈ ਦਾਇਆ ਦਾ ਮਤਲਬ ਆ ਖਿਡਾਵੀ ਖਿਡਾਵਾ। ਦਿਨ ਤੇ ਰਾਤ ਜਿਹੜੇ ਖਿਡਾਵਾ ਤੇ ਖਿਡਾਵੀ ਹਨ ਹਨਾ। ਦਾਇਆ ਹੈ, ਦਾਈ ਹੈ ਖਿਡਾਉਣ ਵਾਲੀ, ਤੇ ਦਾਇਆ ਹੈ ਖਿਡਾਉਣ ਵਾਲਾ। ਉਹਦਾ ਆ ਗਿਆ ਪਲਿੰਗ ਆ ਗਿਆ ਨਾ ਖਿਡਾਵੀ ਦਾ। ਤੇ ਇਹ ਹੁਣ ਥੋੜਾ ਥੋੜਾ ਫਰਕ ਆ, ਸਿਰਫ ਕੰਨੇ ਦਾ ਹੀ ਫਰਕ ਆ। ਜੇ ਆਪਾਂ ਥੋੜਾ ਧਿਆਨ ਨਾਲ ਨਹੀਂ ਪੜ੍ਹਦੇ ਤਾਂ ਇਹਦਾ ਮੀਨਿੰਗ ਹੀ ਫਰਕ ਪੈ ਜਾਣਾ ਹਨਾ। ਤੇ ਜਿਹੜੇ ਅਭਿਆਸੀ ਪੁਰਖ ਆ ਉਹਨਾਂ ਨੂੰ ਤਾਂ ਪਤਾ ਇਹਨਾਂ ਗੱਲਾਂ ਦਾ। ਤੇ ਹੁਣ ਦੇਖੋ ਨਾਨਕ ਵੀ ਕਿੰਨੀ ਤਰ੍ਹਾਂ ਲਿਖਿਆ ਹੋਇਆ ਗੁਰਬਾਣੀ ਚ, ਕਿਤੇ ਨਕੱਕੇ ਨੂੰ ਸਿਹਾਰੀ ਆਂਦੀ, ਕਿਤੇ ਔਂਕੜ ਆਂਦਾ। ਤੇ ਇੱਕ ਹੋਰ ਤੁਕ ਮੈਂ ਨੋਟ ਕੀਤੀ ਸੀਗੀ, ਘਰ, ਘਰ 3 ਤਰ੍ਹਾਂ ਨਾਲ ਆਂਦਾ ਵਰਤਿਆ ਗਿਆ, ਰਾਰੇ ਨੂੰ ਸਿਹਾਰੀ ਨਾਲ, ਰਾਰੇ ਨੂੰ ਔਂਕੜ ਨਾਲ, ਤੇ ਕੱਗਾ ਘੱਗਾ ਰਾਰਾ ਘਰ। ਤੇ ਇੱਕ ਹੈ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ। ਘਰ ਬਾਹਰ ਤੇਰਾ ਪ੍ਰਵਾਸ। ਇੱਥੇ ਦੇਖੋ ਹੁਣ ਰਾਰੇ ਨੂੰ ਸਿਹਾਰੀ ਆ ਹੈਨਾ ਘਰ, ਇਹਦਾ ਮਤਲਬ ਆ ਘਰ ਵਿੱਚ। ਘਰ ਬਾਹਰ ਤੇਰਾ ਪ੍ਰਵਾਸਾ, ਵੀ ਘਰ ਦੇ ਵਿੱਚ ਵੀ ਤੇ ਬਾਹਰ ਵੀ ਸਾਨੂੰ ਤੇਰਾ ਹੀ ਸਹਾਰਾ ਆ। ਤੂੰ ਹਮੇਸ਼ਾ ਆਪਣੇ ਜਿਹੜੇ ਤੁਹਾਡੇ ਜਨ ਆ, ਗੁਰੂ ਦੇ ਜਨ ਆ, ਸੇਵਕ ਆ, ਉਹਨਾਂ ਦੇ ਨਾਲ ਰਹਿਣਾ। ਇੱਥੇ ਆ ਗਿਆ ਘਰ ਵਿੱਚ। ਇੱਕ ਹੋਰ ਅੱਗੋਂ ਤੁਕ ਹੈ, ਇਹ 677 ਅੰਕ ਤੇ ਸੀ, ਇੱਕ 634 ਅੰਕ ਤੇ ਤੁਕ ਹੈ, ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ। ਤੇ ਇਹਦੇ ਵਿੱਚ ਦੇਖੋ ਘਰ ਦੋ ਤਰ੍ਹਾਂ ਨਾਲ ਆਇਆ, ਕਿ ਘੱਗਾ ਰਾਰਾ ਘਰ ਆਇਆ, ਤੇ ਇੱਕ ਆਇਆ ਘੱਗਾ ਰਾਰੇ ਨੂੰ ਔਂਕੜ। ਇਸੇ ਇੱਕੋ ਤੁਕ ਦੇ ਵਿੱਚ ਘਰ ਨੂੰ 2 ਤਰ੍ਹਾਂ ਨਾਲ ਵਰਤਿਆ ਗਿਆ। ਘਰ ਭੀਤਰ ਹੋ ਗਿਆ ਕਿ ਮੇਰੇ ਹਿਰਦੇ ਵਿੱਚ, ਤੇ ਜਿੱਥੇ ਘੱਗਾ ਰਾਰੇ ਨੂੰ ਔਂਕੜ ਤਾਂ ਲਾਇਆ, ਉਹ ਹੈ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੈ, ਉਹਦੀ ਵਿਸ਼ੇਸ਼ਤਾ ਹੈ। ਜਿੱਥੇ ਵੀ ਅਕਾਲ ਪੁਰਖ ਦੀ ਵਿਸ਼ੇਸ਼ਤਾ ਦੱਸੀ, ਉੱਥੇ ਗੁਰੂ ਸਾਹਿਬ ਨੇ ਉਹਨੂੰ ਵਿਸ਼ੇਸ਼ਤਾ ਨੂੰ ਔਂਕੜ ਦੇ ਨਾਲ ਦਰਸਾਇਆ ਗੁਰਬਾਣੀ ਵਿੱਚ। ਉਹ ਤਾਂ ਲਾਇਆ ਉੱਥੇ ਔਂਕੜ ਉਹਨਾਂ ਨੇ, ਉਹ ਗੁਰੂ ਦਾ ਘਰ ਆ, ਇਹ ਸਾਡਾ ਘਰ ਆ। ਘਰ ਭੀਤਰ, ਸਿੱਧਾ ਘੱਗਾ ਰਾਰਾ ਘਰ ਕਹਤਾ, ਸਾਡੇ ਹਿਰਦੇ ਵਿੱਚ। ਉਹ ਘਰ ਗੁਰੂ ਮਤਲਬ ਪਰਮਾਤਮਾ ਦਾ ਨਿਵਾਸ ਸਥਾਨ ਦੱਸਿਆ, ਤਾਂ ਉੱਥੇ ਰਾਰੇ ਨੂੰ ਔਂਕੜ ਲਾਇਆ। ਇਹ ਫਰਕ ਆ ਇਹਨਾਂ ਦਾ। ਤੇ ਇਸੇ ਤਰ੍ਹਾਂ ਹੀ ਕਰਮ ਵੀ 2-3 ਤਰ੍ਹਾਂ ਦੇ ਨਾਲ ਆਉਂਦਾ ਹਨਾ। ਕਿਤੇ ਕਰਮ ਕੱਕਾ ਰਾਰਾ ਮੰਮਾ, ਕਿਤੇ ਕਰਮ ਮੰਮੇ ਨੂੰ ਸਿਹਾਰੀ, ਕਿਤੇ ਮੰਮੇ ਨੂੰ ਔਂਕੜ ਦੇ ਨਾਲ ਕਰਮ ਆਉਂਦਾ। ਇਹ ਸਾਰੀਆਂ ਲਗਾ ਮਾਤਰਾਂ ਦੇ ਵੱਖਰੇ ਵੱਖਰੇ ਅਰਥ ਆ ਸਾਧ ਸੰਗਤ ਜੀ। ਅੱਗੋਂ ਸੁਖਮਨੀ ਸਾਹਿਬ ਦੇ ਪਾਠ ਤੇ ਆ ਜਾਈਏ ਆਪਾਂ। ਸੁਖਮਨੀ ਸਾਹਿਬ ਦੇ ਪਾਠ 'ਚ ਵੀ ਆਪਾਂ ਕਈ ਗਲਤੀਆਂ ਕਰਦੇ ਹਾਂ। ਜਿਵੇਂ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਗਰਭ ਨਾ ਬਸੇ। ਇੱਥੇ ਆਪਾਂ ਜਦੋਂ ਕਾਲੀ 'ਚ ਪਾਠ ਕਰਦੇ ਹਾਂ, ਤੇ ਕਈ ਵਾਰੀ ਮੇਰੀਆਂ ਭੈਣਾਂ ਕਹਿ ਦਿੰਦੀਆਂ ਵੀ ਅਸੀਂ ਤਾਂ 1 ਘੰਟੇ ਸੁਖਮਨੀ ਸਾਹਿਬ ਦਾ ਪਾਠ ਕਰ ਲਈਦਾ। ਹੁਣ ਜਦੋਂ ਆਪਾਂ 1 ਘੰਟੇ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਜਿਹੜਾ ਕਿ ਤਕਰੀਬਨ 4 ਮਿੰਟ ਇੱਕ ਅਸ਼ਟਪਦੀ ਨੂੰ ਲੱਗਦੇ ਹੀ ਆ ਹਨਾ, ਤੇ 24 ਅਸ਼ਟਪਦੀਆਂ 96 ਮਿੰਟ ਲਾ ਲਓ, ਘੱਟੋ ਘੱਟ 1.5 ਘੰਟਾ ਤਾਂ ਲੱਗਦਾ ਹੀ ਆ ਹਨਾ। ਤੇ ਪਰ ਸਾਨੂੰ ਤਾਂ ਜਿਹੜੇ ਸਮਾਗਮਾਂ 'ਚ ਮੈਂ ਜਾਂਦੀ ਸੀ, ਤੇ ਉੱਥੇ ਸਰਦਾਰ ਹਰਦਿਆਲ ਸਿੰਘ ਜੀ ਕਹਿੰਦੇ ਸੀ, ਭਾਵੇਂ 2 ਘੰਟੇ ਲਾਓ, ਭਾਵੇਂ ਥੋੜਾ ਥੋੜਾ ਪਾਠ ਕਰੋ, ਪਰ ਕਰੋ ਸਹਿਜ ਦੇ ਨਾਲ, ਪ੍ਰੇਮ ਦੇ ਨਾਲ, ਤੇ ਲਗਾ ਮਾਤਰਾਂ ਦਾ ਠੀਕ ਸਹੀ ਉਚਾਰਨ ਕਰਕੇ ਹਨਾ। ਜਦੋਂ ਆਪਾਂ ਘੰਟੇ 'ਚ ਕਰਾਂਗੇ, ਫਿਰ ਆਪਾਂ ਇਹ ਬੋਲਾਂਗੇ ਪ੍ਰਭ ਕੇ ਸਿਮਰਨ ਗਰਭ ਨਾ ਬਸੇ ਹਨਾ। ਆਪਾਂ ਪ੍ਰਭ ਕੇ ਬੋਲਾਂਗੇ ਕੈ ਨੂੰ, ਤੇ ਸਿਮਰਨ ਗਰਭ ਨਾ ਬਸੇ, ਬਸੈ ਨੂੰ ਬਸੇ ਬੋਲਾਂਗੇ ਹਨਾ। ਪ੍ਰਭ ਕੈ ਸਿਮਰਨ, ਇਹ ਆਪਾਂ ਗਲਤੀ ਕਰਦੇ ਹਾਂ। ਫਿਰ ਅੱਗੋਂ ਆ ਗਿਆ ਪ੍ਰਭ ਕੈ ਸਿਮਰਨ ਦੁਖ ਜਮ ਨਸੇ, ਨਸੈ ਨੂੰ ਨਸੇ ਬੋਲਾਂਗੇ ਹਨਾ। ਇਹ ਆਪਾਂ ਗਲਤੀਆਂ ਤਕਰੀਬਨ ਕਰਦੇ ਹਾਂ। ਤੇ ਹੁਣ ਅੱਗੋਂ ਆਪਾਂ ਬਿੰਦੀਆਂ ਦੀ ਗੱਲ ਕਰੀਏ। ਬਿੰਦੀਆਂ ਪ੍ਰਤੀ ਬਹੁਤ ਸਾਡੇ ਵਿਦਵਾਨਾਂ ਨੂੰ ਵੀ ਭੁਲੇਖੇ ਆ, ਤੇ ਬਿੰਦੀਆਂ ਆਪਾਂ ਬਹੁਤ ਥਾਵਾਂ ਤੇ, ਗੁਰੂ ਸਾਹਿਬ ਨੇ ਬਹੁਤ ਥਾਵਾਂ ਤੇ ਬਿੰਦੀ ਨਹੀਂ ਲਾਈ। ਆਪਾਂ ਜਦੋਂ ਉਚਾਰਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਆਪਾਂ ਬਿੰਦੀ ਲਾ ਦਿੰਦੇ ਹਾਂ ਆਪਣੇ ਕੋਲ। ਜਿਵੇਂ ਬਾਦਸ਼ਾਹ, ਸਾਹ ਮੇਰੇ ਸਾਹਾ ਹਨਾ, ਸੱਸੇ ਨਾਲ ਹੀ ਆ ਸਾਹਾ ਸਾਰਾ ਕੁਛ। ਪਰਮੇਸ਼ਰ ਕਦੇ ਵੀ ਪਰਮੇਸ਼ਰ ਨਹੀਂ ਲਿਖਿਆ ਗੁਰਬਾਣੀ ਦੇ ਵਿੱਚ, ਪਰਮੇਸ਼ਰ ਹੀ ਆ। ਤੇ ਆਪਾਂ ਪਰਮੇਸ਼ਰ ਪੜ੍ਹ ਜਾਂਦੇ ਹਾਂ, ਭਾਵੇਂ ਉਹਦਾ ਮਤਲਬ ਪਰਮੇਸ਼ਰ ਹੀ ਆ ਹੁਣ ਦੀ ਪੰਜਾਬੀ ਭਾਸ਼ਾ 'ਚ, ਪਰ ਉਸ ਵੇਲੇ ਜੇ ਪਰਮੇਸ਼ਰ ਬੋਲਿਆ ਜਾਂਦਾ ਹੋਏਗਾ ਤਾਂ ਹੀ ਗੁਰੂ ਸਾਹਿਬ ਨੇ ਪਰਮੇਸ਼ਰ ਲਿਖਿਆ। ਤੇ ਸਾਨੂੰ ਕੀ ਲੋੜ ਆ ਬਾਦਸ਼ਾਹ ਸਾਹਿਬ ਸਭ ਵਸ ਕਰ ਦੀਨੇ, ਇਹਦੇ ਵਿੱਚ ਆਪਾਂ ਬੋਲ ਰਹੇ ਨੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ।
ਤੇ ਆਪਾਂ ਨੂੰ ਬਿੰਦੀਆਂ ਲਾਉਣ ਦੀ ਜ਼ਰੂਰਤ ਨਹੀਂ। ਜੇ ਗੁਰੂ ਸਾਹਿਬ ਨੇ ਨਹੀਂ ਲਾਈਆਂ, ਆਪਾਂ ਸਾਧ ਸੰਗਤ ਜੀ ਸਿਰਫ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ ਆ। ਇਹ ਵਿਸ਼ਾ ਸਮਰਪਣ ਦਾ, ਇਹ ਵਿਸ਼ਾ ਸਿਆਣਪਾਂ ਦਾ ਨਹੀਂ। ਅਸੀਂ ਆਪਣੀਆਂ ਸਿਆਣਪਾਂ ਵਿੱਚ ਨਹੀਂ ਘੋਟਣੀਆਂ। ਤੇ ਹੁਣ ਮੈਨੂੰ ਇੱਕ ਨਾ ਉੱਥੇ BC ਇੱਕ ਬੰਦੇ ਨੇ ਕਿਹਾ ਸੀ ਜੀ, ਗੁਰੂ ਨਾਨਕ ਦੇਵ ਜੀ ਵੇਲੇ ਤਾਂ ਬਿੰਦੀਆਂ ਹੈ ਹੀ ਨਹੀਂ ਸੀ, ਉਹਨਾਂ ਨੇ ਤਾਂ ਕਿਤੇ ਬਿੰਦੀ ਨਹੀਂ ਲਾਈ, ਬਿੰਦੀਆਂ ਬਾਅਦ ਚ ਪ੍ਰਚਲਿਤ ਹੋਈਆਂ। ਤੇ ਜਦੋਂ ਮੈਂ ਜਪਜੀ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ, ਉਦੋਂ ਤਾਂ ਮੈਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਮੈਨੂੰ ਆਪ ਇੰਨੀ ਕੁ ਸੋਝੀ ਹੈ ਨਹੀਂ ਸੀ ਬਹੁਤੀ। ਤੇ ਜਦੋਂ ਮੈਂ ਇਹਨੂੰ ਜਪਜੀ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ, ਉਹਦੇ ਐਂਡ 'ਚ ਦੇਖੋ ਤੁਸੀਂ, ਇੱਕ ਤੁਕ ਹੈ, ਭਾਂਡਾ ਭਾਉ ਅੰਮ੍ਰਿਤ ਢਾਲ, ਘੜੀਏ ਸਭ ਸੱਚੀ ਟਕਸਾਲ। ਉੱਥੇ ਉਹਨਾਂ ਨੇ ਭਾਂਡਾ ਤੇ ਬਿੰਦੀ ਲਾਈ ਆ, ਜਦ ਕਿ ਸਾਰੇ ਜਪਜੀ ਸਾਹਿਬ 'ਚ ਮੈਨੂੰ ਹੋਰ ਕਿਤੇ ਬਿੰਦੀ ਨਹੀਂ ਲੱਭੀ। ਹੋ ਸਕਦਾ ਕਿਤੇ ਹੋਰ ਤੁਸੀਂ ਧਿਆਨ ਨਾਲ ਦੇਖ ਲਿਓ ਪੜ੍ਹ ਕੇ। ਤੇ ਇੱਥੇ ਉਹਨਾਂ ਨੇ ਬਿੰਦੀ ਲਾਈ ਆ। ਜੇ ਬਿੰਦੀਆਂ ਨਹੀਂ ਸੀ ਪ੍ਰਚਲਿਤ ਤਾਂ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਬਿੰਦੀ ਕਿਵੇਂ ਲੱਭ ਗਈ, ਹੈਨਾ? ਅਸੀਂ ਆਪਣੀਆਂ ਸਿਆਣਪਾਂ ਨਹੀਂ ਘੋਟਣੀਆਂ। ਤੇ ਗੁਰੂ ਸਾਹਿਬ ਦੀ ਇਹ ਮਨ ਦੀ ਮੌਜ ਆ, ਜਾਂ ਅਕਾਲ ਪੁਰਖ ਤੋਂ ਜਿਵੇਂ ਬਾਣੀ ਪ੍ਰਾਪਤ ਹੋਈ, ਉਹਨਾਂ ਨੇ ਜਿੱਥੇ ਬਿੰਦੀ ਲਾਈ ਆਪਾਂ ਸਿਰਫ ਉਹਦਾ ਉਚਾਰਨ ਬਿੰਦੀ ਲਾ ਕੇ ਕਰਨਾ, ਜਿੱਥੇ ਨਹੀਂ ਲਾਈ ਉੱਥੇ ਨਹੀਂ ਲਾਉਣੀ ਆਪਾਂ, ਹੈਨਾ? ਭਾਵੇਂ ਉਹਦਾ ਮਤਲਬ ਬਿੰਦੀ ਲਾ ਕੇ ਨਿਕਲਦਾ ਹੋਵੇ, ਪਰ ਆਪਾਂ ਸਿਰਫ ਗੁਰੂ ਦੇ ਹੁਕਮ ਦੀ ਤਮੀਲ ਕਰਨੀ ਆ, ਗੁਰੂ ਦੇ ਹੁਕਮ ਚ ਰਹਿਣਾ। ਸਾਧ ਸੰਗਤ ਜੀ, ਇੱਥੇ ਬਿੰਦੀ ਲਾਈ ਹੈ ਜਪਜੀ ਸਾਹਿਬ ਦੇ ਵਿੱਚ, ਹੈ ਨਾ, ਉਹਨਾਂ ਨੇ ਐਂਡ ਦੇ ਵਿੱਚ। ਤੇ ਇੱਕ ਮੈਨੂੰ ਇੱਕ ਦੋ ਤੁਕਾਂ ਹੋਰ ਗੁਰੂ ਨਾਨਕ ਦੇਵ ਜੀ ਦੀਆਂ ਲੱਭੀਆਂ। ਮੈਂ ਕਿਹਾ ਜੇ ਹੁਣ ਉਹ ਮੇਰੇ ਨਾਲ ਬੰਦਾ ਬਹਿਸ ਕਰਦਾ ਤਾਂ ਮੈਂ ਉਹਨੂੰ ਜਵਾਬ ਦੇ ਸਕਦੀ ਸੀ, ਉਦੋਂ ਮੈਨੂੰ ਆਪ ਹੀ ਸੋਝੀ ਨਹੀਂ ਸੀ। ਤੇ ਇੱਕ 667 ਅੰਗ ਤੇ ਤੁਕ ਹੈ ਗੁਰੂ ਨਾਨਕ ਦੇਵ ਜੀ ਦੀ, ਮਹੱਲਾ ਪਹਿਲਾ ਦੀ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਹਾਂ। ਇਹ ਦੇਖਣਾ ਤੁਸੀਂ ਸਕਰੀਨ ਤੇ ਆ ਜਾਏ। ਹਾਂਜੀ, ਪੁਰਖਾਂ ਦੇਖੋ, ਹੁਣ ਇਹ ਗੁਰੂ ਨਾਨਕ ਦੇਵ ਜੀ ਦੀ ਮਹੱਲਾ ਪਹਿਲਾ ਦੀ ਤੁਕ ਆ। ਕਿੰਨੀਆਂ ਬਿੰਦੀਆਂ ਲਾਈਆਂ ਉਹਨਾਂ ਨੇ, ਹੈਨਾ? ਕਿ ਉਹਨਾਂ ਕੋਲ ਬਿੰਦੀਆਂ ਦਾ ਘਾਟਾ ਸੀ, ਉਹ ਬਾਕੀ ਥਾਂ ਨਹੀਂ ਸੀ ਲਾ ਸਕਦੇ ਜੇ ਉਹਨਾਂ ਨੇ ਲਾਉਣੀਆਂ ਹੁੰਦੀਆਂ। ਇੱਥੇ ਦੇਖੋ ਸਾਰੇ ਅੱਖਰਾਂ ਤੇ ਜਿੰਨੇ 6 ਸ਼ਬਦ ਆ, 6 ਸ਼ਬਦਾਂ ਦੇ ਉੱਤੇ ਉਹਨਾਂ ਨੇ ਬਿੰਦੀਆਂ ਲਾਈਆਂ। ਤੇ ਇਹਦੇ ਨਾਲ ਅਗਲੀ ਤੁਕ ਹੈ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ। ਉਹਦੇ ਵਿੱਚ ਵੀ ਸਾਰਿਆਂ ਚ ਲਾਈ ਹੈ। ਇਹਦੇ ਨਾਲ ਦੀ ਅਗਲੀ ਤੁਕ ਆ ਨੈਕਸਟ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ। ਇਹਦੇ ਵਿੱਚ ਵੀ ਦੇਖੋ ਸਾਰਿਆਂ ਤੇ ਬਿੰਦੀਆਂ ਲਾਈਆਂ, ਹਨਾ? ਤੇ ਇੱਕ ਹੋਰ ਤੁਕ ਉਹਨਾਂ ਦੀ 1288 ਅੰਗ ਤੇ ਹੈ, ਉਹ ਮੈਂ ਨੋਟ ਕੀਤੀ, ਮਹੱਲਾ ਪਹਿਲਾ ਦੀ ਆ ਉਹ ਵੀ, ਹਰਣਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਨਾਉ। ਹਰਣਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਨਾਉ, ਹਨਾ? ਉਹਦੇ ਵਿੱਚ ਵੀ ਉਹਨਾਂ ਨੇ ਹਰਣਾ ਦੇ ਉੱਤੇ ਵੀ ਬਿੰਦੀ ਲਾਈ ਆ, ਦੇਖੋ ਬਾਜਾਂ ਤੇ ਵੀ, ਸਿਕਦਾਰਾਂ ਤੇ ਵੀ ਬਿੰਦੀ। ਹੁਣ ਗੁਰੂ ਸਾਹਿਬ ਦੇ ਕੋਲ ਬਿੰਦੀਆਂ ਦਾ ਘਾਟਾ ਨਹੀਂ ਸੀ ਕੋਈ, ਉਹਨਾਂ ਦੀ ਜਿਵੇਂ ਉਹਨਾਂ ਨੇ ਲਿਖੀ, ਆਪਾਂ ਸਿਰਫ ਹੁਕਮ ਦੀ ਤਾਮੀਲ ਕਰਨੀ ਆ ਉਹਨਾਂ ਦੇ। ਤੇ ਇੱਕ ਪੰਜਵੇਂ ਪਾਤਸ਼ਾਹ ਨੇ ਭੈਰੋਂ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਹੈ, ਉਹਦੇ ਵਿੱਚ ਹੈ, ਸੋਏ ਅਚਿੰਤਾ ਜਾਗ ਅਚਿੰਤਾ, ਸੋਏ ਅਚਿੰਤਾ ਜਾਗ ਅਚਿੰਤਾ, ਜਹਾ ਕਹਾਂ ਪ੍ਰਭ ਤੂੰ ਵਰਤੰਤਾ, ਹੈਨਾ? ਇਹਦੇ ਵਿੱਚ ਦੇਖੋ ਉਹਨਾਂ ਨੇ ਪੰਜਵੇਂ ਪਾਤਸ਼ਾਹ ਦਾ ਹੈ, ਸੋਏ ਅਚਿੰਤਾ ਜਾਗ ਅਚਿੰਤਾ। ਦੇਖਣਾ ਬੇਟੇ, ਇਹਦੇ ਵਿੱਚ, ਹਾਂਜੀ। ਤੇ ਇਹਦੇ ਵਿੱਚ ਦੇਖੋ, ਇਸ ਤੋਂ ਅਗਲੀ ਲਾਈਨ ਦੇਖੋ ਨੈਕਸਟ, ਜਹਾ ਕਹਾਂ ਪ੍ਰਭ ਤੂੰ ਵਰਤੰਤਾ, ਨੈਕਸਟ ਲਾਈਨ। ਹੁਣ ਦੇਖੋ ਇੱਥੇ ਜਹਾ, ਇਹ ਆਪਾਂ ਜਦੋਂ ਆਪਾਂ ਪਾਠ ਕਰਦੇ ਆਪਾਂ ਕਹਿੰਦੇ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਹਨਾ? ਹੁਣ ਦੇਖੋ ਉਹਨਾਂ ਨੇ ਜਹਾਂ ਦੇ ਉੱਤੇ, ਜੇ ਉਹਨਾਂ ਨੇ ਕਹਾਂ ਤੇ ਬਿੰਦੀ ਲਾਈ, ਗੁਰੂ ਸਾਹਿਬ ਹਾਂ ਉੱਤੇ ਵੀ ਲਾਈ ਸਕਦੇ ਸੀ, ਹਾਹੇ ਨੂੰ ਕੰਨਾਂ ਤੇ ਉੱਥੇ ਉਹਨਾਂ ਨੇ ਨਹੀਂ ਲਾਈ, ਹੈਨਾ? ਉਹਨਾਂ ਦੀ ਮਰਜ਼ੀ। ਜਹਾ ਕਹਾਂ, ਆਪਾਂ ਦੂਜੇ ਤੇ ਬਿੰਦੀ ਬੋਲ ਲਈਏ ਜਿੱਥੇ ਗੁਰੂ ਸਾਹਿਬ ਨੇ ਲਾਈ, ਜਿੱਥੇ ਨਹੀਂ ਲਾਈ ਨਾ ਬੋਲੀਏ। ਜਹਾ ਇਹ ਸਾਨੂੰ ਜਦੋਂ ਅਸੀਂ ਭੈਣਾਂ ਨੂੰ ਸ਼ਬਦ ਜਾਪ ਕਰਾਉਣੇ ਆ, ਸਰਬਰੋਕਾ ਔਖਦ ਨਾਮ ਚ ਵੀ ਸਾਨੂੰ ਬੜੀ ਵਾਰੀ ਉਹਨਾਂ ਨੂੰ ਬਾਰ-ਬਾਰ ਠੀਕ ਕਰਾਉਣਾ ਪੈਂਦਾ। ਉਹ ਹਮੇਸ਼ਾ ਸੰਗਤ ਕਹਿ ਦਿੰਦੀ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਤੇ ਜੇ ਉੱਥੇ ਜਹਾ ਤੇ ਬਿੰਦੀ ਨਹੀਂ ਲਾਈ, ਕਹਾਂ ਤੇ ਗੁਰੂ ਸਾਹਿਬ ਨੇ ਲਾਈ ਆ, ਪੰਜਵੇਂ ਪਾਤਸ਼ਾਹ ਨੇ, ਜਹਾ ਕਹਾਂ। ਇਹ ਤੇ ਆਪਾਂ ਬੋਲ ਲੈਂਦੇ ਆ ਪ੍ਰਭ ਤੂੰ ਵਰਤੰਤਾ। ਫਿਰ ਉਸ ਤੋਂ ਅੱਗੇ ਆ ਗਏ ਪੈਰ ਵਾਲੇ ਅੱਖਰ। ਪੈਰ ਵਾਲੇ ਅੱਖਰ ਜਿਹੜੇ ਆ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਬਹੁਤ ਮਿਲਦੇ ਆ, ਹੈਨਾ? ਹੁਣ ਪੈਰ ਵਾਲੇ ਅੱਖਰ ਜਿਹੜੇ ਆ ਵਿਦਵਾਨ ਖਤਮ ਹੀ ਕਰ ਰਹੇ ਆ, ਕਿਉਂਕਿ ਹੁਣ ਨਵੀਂ ਪੀੜ੍ਹੀ ਸਾਡੀ ਤਾਂ ਕਨਵੈਂਟ ਸਕੂਲਾਂ ਚ ਪੜ੍ਹੀ ਆ, ਉਹਨਾਂ ਵਿਚਾਰਿਆਂ ਨੂੰ ਤਾਂ ਸਿੱਧੇ ਸਾਦੇ ਅੱਖਰ ਜਿਹੜੇ ਆ, ਸਿਹਾਰੀਆਂ ਬਿਹਾਰੀਆਂ ਉਹਨਾਂ ਕੋਲੋਂ ਗਲਤ ਹੋ ਜਾਂਦੀਆਂ, ਤੇ ਪੈਰ ਵਾਲੇ ਅੱਖਰ ਪਤਾ ਨਹੀਂ ਉਹਨਾਂ ਨੂੰ ਪੜ੍ਹਨੇ ਔਖੇ। ਤੇ ਤਾਂ ਹੁਣ ਅੱਗੋਂ ਜਿਹੜੇ ਵਿਦਵਾਨ ਆ, ਪੰਜਾਬੀ ਯੂਨੀਵਰਸਿਟੀ ਵਾਲੇ, ਪਰਮੇਸ਼ਰ ਨੂੰ ਆਪਾਂ ਪੈਰ ਚ ਰਾਰਾ ਪਾ ਕੇ ਲਿਖਦੇ ਆਏ ਆ ਸ਼ੁਰੂ ਤੋਂ, ਉਹ ਪੱਪਾ ਪੂਰਾ ਰਾਰਾ ਨਾ ਹੁਣ ਲਿਖਣ ਲੱਗ ਗਏ ਆ। ਪ੍ਰਾਪਤ, ਪਰਮੇਸ਼ਰ, ਪ੍ਰਬੰਧ, ਆਪਾਂ ਸਾਰੇ ਪੈਰ ਚ ਰਾਰਾ ਨਾਲ ਲਿਖਦੇ ਸੀ ਵੀ ਅੱਧੇ ਆਵਾਜ਼ ਆ, ਹੈਨਾ? ਤੇ ਉਸ ਜਿਹੜੀ ਗੁਰਬਾਣੀ ਦੇ ਵਿੱਚ ਅੱਧੇ ਅੱਖਰ ਸਾਨੂੰ ਬਹੁਤ ਮਿਲਦੇ, ਕੱਲਾ ਰਾਰਾ ਨਹੀਂ, ਕੱਲੇ ਰਾਰੇ ਤੋਂ ਬਿਨਾਂ ਹੋਰ ਵੀ
ਬੜੇ ਅੱਖਰ ਆ ਜਿਹੜੇ ਗੁਰਬਾਣੀ ਦੇ ਵਿੱਚ ਪੈਰ ਚ ਪਾਏ ਗਏ, ਹਾ ਹਾ, ਗੱਗਾ, ਤੱਤਾ, ਟੈਂਕਾ, ਬਾਵਾ, ਬੜੇ ਅੱਖਰ ਆ, ਨੰਨਾ, ਅੱਧਾ ਅੱਖਰ। ਹੁਣ ਅੱਧੇ ਅੱਖਰ ਦਾ ਉਚਾਰਨ ਆਪਾਂ ਅੱਧਾ ਹੀ ਕਰਨਾ, ਜਿਵੇਂ ਪ੍ਰੇਮ, ਪ੍ਰੰਤੂ, ਕਿਰਪਾ, ਹੈਨਾ। ਤੇ ਇੱਕਾ ਤੁਕ ਦੇਖੋ ਆਪਾਂ ਹੈ 819 ਅੰਗ ਤੇ, ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ। ਗੁਰ ਗੋਬਿੰਦ ਕਿਰਪਾ ਕਰੀ, ਇੱਥੇ ਕੱਕੇ ਦੇ ਪੈਰ ਚ ਰਾਰਾ, ਹੈਨਾ। ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ। ਇਹ ਦੇਖਣਾ ਬੇਟੇ, ਗੁਰ ਗੋਬਿੰਦ ਕਿਰਪਾ ਕਰੀ, ਇੱਥੇ ਆਪਾਂ ਕੀ ਕਰਨਾ ਕਿ ਕੱਕੇ ਦੇ ਪੈਰ ਚ ਰਾਰਾ, ਇਹ ਹਿੰਦੀ ਟੱਚ ਆ ਗਈ, ਹੈਨਾ। ਤੇ ਆਪਾਂ ਇਹਨੂੰ ਕਿਰਪਾ ਹੀ ਬੋਲਣਾ, ਕਿਰਪਾ ਕਰੀ ਰਾਖਿਆ ਮੇਰਾ ਭਾਈ। ਤੇ ਅੱਗੋਂ ਇੱਕ ਹੋਰ ਤੁਕ ਹੈਗੀ ਆ, ਤੇ ਉਹਦੇ ਵਿੱਚ ਹੈ ਗੁਰ ਪੂਰੈ ਕਿਰਪਾ ਕਰੀ, ਇਹ ਘਾਟਿਆ ਦੁੱਖ ਰੋਗ, 814 ਅੰਗ ਤੇ ਹੈ, ਗੁਰ ਪੂਰੈ। ਹਾਂ ਆ ਦੇਖੋ ਪਹਿਲੀ ਆ ਗਈ, ਚਲੋ ਉਹ ਦਿਖਾਣਾ ਬੇਟੇ ਪਹਿਲਾਂ। ਗੁਰ, ਹਾਂ, ਗੁਰ ਗੋਬਿੰਦ, ਗੁਰ ਗੋਬਿੰਦ ਕਿਰਪਾ ਕਰੀ, ਕੱਕੇ ਦੇ ਪੈਰ ਚ ਰਾਰਾ, ਆਪਾਂ ਇਹਨੂੰ ਕਿਰਪਾ ਨਹੀਂ ਬੋਲਣਾ, ਇਹ ਹਿੰਦੀ ਟੱਚ ਆ ਗਈ ਵਿੱਚ, ਕਿਉਂਕਿ 22 ਭਾਸ਼ਾਵਾਂ ਹੈ ਤੁਹਾਨੂੰ ਦੱਸਿਆ। ਤੇ ਇੱਥੇ ਆਪਾਂ ਜਦੋਂ ਪੈਰ ਚ ਕੋਈ ਅੱਖਰ ਆਉਂਦਾ ਤੇ ਉਸ ਵੇਲੇ ਇਹ ਧਿਆਨ ਰੱਖਣਾ ਕਿ ਜਿਹੜੀ ਉਹਦੇ ਨਾਲ ਮਾਤਰਾ ਲੱਗੀ ਆ ਨਾ, ਉਹਨੂੰ ਆਪਾਂ ਪੈਰ ਵਾਲੇ ਅੱਖਰ ਨਾਲ ਬੋਲਣਾ, ਬੱਚਿਆਂ ਲਈ ਖਾਸ ਕਰਕੇ। ਤੇ ਜੇ ਆਪਾਂ ਹੁਣ ਇੱਥੇ ਰਾਰੇ ਦੇ ਨਾਲ ਉਹ ਮਾਤਰਾ ਬੋਲਣੀ ਆ, ਕਿਰਪਾ, ਕਿਰਪਾ ਹਿੰਦੀ ਚ ਹੁੰਦਾ ਨਾ ਕਿਰਪਾ, ਤੇ ਇੱਥੇ ਹੁਣ ਪੂਰਾ ਰਾਰਾ ਆ, ਇੱਥੇ ਆਪਾਂ ਕਿਰਪਾ ਬੋਲਾਂਗੇ, ਇੱਥੇ ਕਿਰਪਾ ਉੱਥੇ ਕਿਰਪਾ। ਉਹ ਪਹਿਲੀ ਤੁਕ ਦੁਬਾਰਾ ਕਰਨਾ ਬੇਟੇ। ਉਹਦੇ ਵਿੱਚ ਗੋਬਿੰਦ ਵੀ ਦੇਖਣਾ ਆਪਾਂ, ਤੇ ਗੋਬਿੰਦ ਦੇਖੋ ਇੱਥੇ ਕਿਵੇਂ ਆ ਲਿਖਿਆ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੋਬਿੰਦ ਨੂੰ ਬਹੁਤ ਤਰ੍ਹਾਂ ਦੇ ਨਾਲ ਲਿਖਿਆ। ਇੱਥੇ ਗੋਬਿੰਦ ਹੈ ਵਾਵੇ ਨੂੰ ਸਿਹਾਰੀ, ਉੱਤੇ ਟਿੱਪੀ, ਦੱਦੇ ਨੂੰ ਸਿਹਾਰੀ। ਕਿਤੇ ਗੁਰੂ ਸਾਹਿਬ ਨੇ ਲਿਖਿਆ ਗੱਗੇ ਨੂੰ ਹੋੜਾ, ਵਾਵੇ ਨੂੰ ਸਿਹਾਰੀ, ਦੱਦਾ। ਕਿਤੇ ਲਿਖਿਆ ਗੱਗੇ ਨੂੰ ਹੋੜਾ, ਵਾਵੇ ਨੂੰ ਸਿਹਾਰੀ, ਦੱਦੇ ਨੂੰ ਔਂਕੜ, ਹੈਨਾ। ਕਿਤੇ ਲਿਖਿਆ ਗੱਗੇ ਨੂੰ ਹੋੜਾ, ਬੱਬੇ ਨੂੰ ਸਿਹਾਰੀ, ਤੇ ਕਿਤੇ ਗੋਵਿੰਦ ਹੈ, ਕਿਤੇ ਗੋਵਿੰਦ ਹੈ, ਕਿਤੇ ਗੋਬਿੰਦ ਬੱਬੇ ਨਾਲ ਆ, ਕਿਤੇ ਗੋਬਿੰਦ ਹੈ, ਬੱਬੇ ਨੂੰ ਸਿਹਾਰੀ ਵੀ ਲਾਤੀ, ਉੱਤੇ ਟਿੱਪੀ ਨਹੀਂ ਲਾਈ, ਹੈਨਾ। ਜਿਵੇਂ ਗੁਰ ਗੋਬਿੰਦ ਗੋਪਾਲ ਆ, ਦੇਖੋ ਗੁਰ ਗੁਰ ਪੂਰਨ ਨਾਰਾਇਣ, ਹੈਨਾ। ਤੇ ਇਹ ਗੁਰੂ ਸਾਹਿਬ ਨੇ ਵੱਖਰੇ ਵੱਖਰੇ ਗੋਬਿੰਦ ਨੂੰ, ਪਰਮਾਤਮਾ ਨੂੰ, ਮਤਲਬ ਹੈ ਤਾਂ ਸਾਰੇ ਪਰਮਾਤਮਾ ਦੀਆਂ ਵਿਸ਼ੇਸ਼ਣ ਹੀ ਆ ਅਕਾਲ ਪੁਰਖ ਵਾਹਿਗੁਰੂ ਦੇ, ਤੇ ਉਹਨਾਂ ਨੂੰ ਵੱਖਰੇ ਵੱਖਰੇ ਜਿਹੜੇ ਆ ਉਹ ਮਾਤਰਾ ਦੇ ਵਿੱਚ ਵੱਖਰੇ ਵੱਖਰੇ ਅੱਖਰਾਂ ਦੇ ਨਾਲ ਲਿਖਿਆ। ਜਿਵੇਂ ਲਿਖਿਆ ਆਪਾਂ ਉਵੇਂ ਪੜ੍ਹਨਾ, ਜੇ ਗੋਬਿੰਦ ਲਿਖਿਆ ਤਾਂ ਆਪਾਂ ਗੋਬਿੰਦ ਪੜ੍ਹਨਾ, ਜੇ ਗੋਬਿੰਦ ਲਿਖਿਆ ਤੇ ਵਾਵੇ ਨਾਲ ਬੋਲ ਦੇਣਾ, ਜੇ ਬੱਬੇ ਨਾਲ ਲਿਖਿਆ ਗੁਰੂ ਸਾਹਿਬ ਨੇ ਫਿਰ ਆਪਾਂ ਬੱਬੇ ਨਾਲ ਬੋਲਣਾ। ਤੇ ਜਿਵੇਂ ਅੱਗੇ ਹੈਗਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ, ਇੱਥੇ ਦੇਖੋ ਨਾ ਬੱਬੇ ਬਾਵੇ ਤੇ ਟਿੱਪੀ ਲਾਈ ਆ, ਤੇ ਗੋਬਿੰਦ ਆ, ਗੋਬਿੰਦ ਗੁਰ ਰਾਖਿਆ, ਹਰ ਗੋਬਿੰਦ ਗੁਰ ਰਾਖਿਆ। ਤੇ ਫਿਰ ਇੱਕ ਹੈਗੀ ਆ ਤੁਕ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਉੱਥੇ ਉਹਨਾਂ ਨੇ ਬੱਬੇ ਦੇ ਨਾਲ ਲਿਖਿਆ, ਹੇ ਗੋਬਿੰਦ, ਹੇ ਗੋਪਾਲ, ਹਨਾ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਗੋਬਿੰਦ ਦਾ ਮਤਲਬ ਹੈ ਗੋਡ ਆਫ ਯੂਨੀਵਰਸ, ਹੈ ਨਾ, ਸਾਰੇ ਬ੍ਰਹਿਮੰਡ ਦਾ ਜਿਹੜਾ ਪਰਮਾਤਮਾ, ਉਹ ਗੋਬਿੰਦ ਹੋ ਗਿਆ। ਗੋਪਾਲ ਹੈ, ਗੋ ਦਾ ਮਤਲਬ ਹੈ ਧਰਤੀ, ਤੇ ਪਾਲ ਦਾ ਮਤਲਬ ਪਾਲਣਹਾਰਾ, ਗੋਪਾਲ ਹੈ ਧਰਤੀ ਨੂੰ ਪਾਲਣਹਾਰਾ। ਹੇ ਦਇਆਲ, ਦਇਆ ਦੇ ਸੋਮੇ, ਹੇ ਲਾਲ, ਹੇ ਮੇਰੇ ਸੋਹਣੇ ਪ੍ਰਭੂ। ਇਹ ਸਾਰੀਆਂ ਪਰਮਾਤਮਾ ਦੀਆਂ ਉਹਨਾਂ ਨੇ ਵਿਸ਼ੇਸ਼ਤਾਵਾਂ, ਉਹਨਾਂ ਦੇ ਨਾਲ ਮਤਲਬ ਵਿਸ਼ੇਸ਼ਣ ਲਾਏ ਆ, ਗੋਬਿੰਦ, ਗੋਪਾਲ, ਦਇਆਲ, ਲਾਲ, ਇਹ ਸਾਰੇ। ਤੇ ਉਸ ਤੋਂ ਬਾਅਦ ਆ ਗਏ ਕਿ ਦੋ ਮਾਤਰਾ ਵਾਲੇ ਸ਼ਬਦ। ਹੁਣ ਦੋ ਮਾਤਰਾ ਵਾਲੇ ਸ਼ਬਦ ਵੀ ਗੁਰਬਾਣੀ ਦੇ ਵਿੱਚ ਬੜੇ ਆ, ਹੈਨਾ। ਉਹਨਾਂ ਦਾ ਉਚਾਰਨ ਆਪਾਂ ਕਿਵੇਂ ਕਰਨਾ, ਜਿਸ ਤਰ੍ਹਾਂ ਆਪਾਂ ਸੁਖਮਨੀ ਸਾਹਿਬ ਦੀ, ਜਦੋਂ ਮੈਂ ਸੁਖਮਨੀ ਸਾਹਿਬ ਤੇ ਵਿਚਾਰ ਦਿੱਤੀ ਸੀ, ਉਹਦੇ ਵਿੱਚ ਵੀ ਤੁਕ ਦੱਸੀ ਸੀ ਕਿ ਟੂਟੀ ਗਾਂਢਨ ਹਾਰ ਗੋਪਾਲ, ਹੈਨਾ। ਟੂਟੀ ਗਾਂਢਨ ਹਾਰ ਗੋਪਾਲ, ਦੇਖੋ ਇੱਥੇ ਗੋਪਾਲ ਨੂੰ ਦੋ ਮਾਤਰਾ ਲੱਗੀਆਂ ਹੋਈਆਂ ਨਾ। ਹੁਣ ਇਹ ਅਸੀਂ ਆਪ ਸੋਚਣਾ ਕਿ ਅਸੀਂ ਕਿਹੜੀ ਮਾਤਰਾ ਪੜ੍ਹੀਏ। ਹੁਣ ਜਿਹੜੇ ਸ਼ਬਦ ਗਾਉਣ ਵਾਲੇ ਬੱਚੇ ਆ, ਇਹਨਾਂ ਨੂੰ ਪਤਾ ਕਿ ਇੱਥੇ ਕਿਹੜੀ ਮਾਤਰਾ ਦਾ ਉਚਾਰਨ ਕਰਨਾ। ਇੱਥੇ ਗੁਰੂ ਸਾਹਿਬ ਨੇ ਇਹ ਪੰਜਵੇਂ ਪਾਤਸ਼ਾਹ ਦੀ ਕਾਢ ਆ, ਉਹਨਾਂ ਦੀ ਬਾਣੀ ਦੇ ਵਿੱਚ ਆਉਂਦੇ ਆ ਦੋ ਮਾਤਰਾ ਵਾਲੇ ਸ਼ਬਦ। ਤੇ ਵੀ ਤੁਸੀਂ ਅਸਲੀ ਲਫ਼ਜ਼ ਜਿਹੜਾ ਉਹ ਗੋਪਾਲ ਆ, ਪਰ ਇਹਨੂੰ ਜਦੋਂ ਆਪਾਂ ਉਚਾਰਨ ਕਰਨਾ, ਰਾਗ ਦੇ ਵਿੱਚ ਗਾਉਣਾ, ਤਾਂ ਗੋਪਾਲ, ਟੂਟੀ ਗਾਂਢਨ ਹਾਰ ਗੋਪਾਲ, ਸਰਬਜੀਆਂ ਆਪੇ ਪ੍ਰਿਤਪਾਲ, ਹੈਨਾ। ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ ਆਉਂਦੇ ਆ, ਜਿਵੇਂ ਜੋ, ਸੋ, ਭੋਗ ਵੈ, ਸੁਹਾਗਣੀ, ਮੈਂ ਬੜੇ ਨੋਟ ਕੀਤੇ ਸੀ। ਗੋਬਿੰਦ, ਗੱਗੇ ਨੂੰ ਦੋ ਮਾਤਰਾ, ਗੋਪਾਲ, ਲੋਕਾਈ, ਤੁਲਾਹਾ, ਉਮਾਹਾ, ਗੋਬਿੰਦੇ, ਗੁਸਾਈ, ਤੁਲਾਵੈ, ਸੁਹਾਗਣ, ਲੁਭਾਈਆ, ਲੋੜੀਂਦਾ, ਜੋਨੀਆ, ਬੜੇ ਲਫ਼ਜ਼ ਆ ਜਿਹੜੇ ਦੋ ਦੋ ਮਾਤਰਾ ਵਾਲੇ ਆ।
ਉੱਥੇ ਹੁਣ ਗਾਉਣ ਵਾਲਿਆਂ ਨੂੰ ਜਿਹੜਾ ਉਹ ਆਪ ਦੇਖਣਾ ਪੈਣਾ ਕਿ ਇੱਥੇ ਕਿਹੜੀ ਮਾਤਰਾ ਦਾ ਅਸੀਂ ਉਚਾਰਨ ਕਰੀਏ। ਗੁਰੂ ਸਾਹਿਬ ਨੇ ਜਿਹੜੀ ਅਸਲੀ ਮਾਤਰਾ ਉਸ ਸ਼ਬਦ ਨਾਲ ਲੱਗਣੀ ਉਹ ਵੀ ਰਹਿਣ ਦਿੱਤੀ ਆ, ਤੇ ਜੇ ਗਾਉਣ ਦੇ ਵਿੱਚ ਰਾਗ ਦੇ ਵਿੱਚ ਮਾਤਰਾ ਵੱਧਦੀ ਘਟਦੀ ਆ, ਉਹ ਮਾਤਰਾ ਪੂਰੀਆਂ ਕਰਨ ਦੇ ਲਈ ਇੱਕ ਦੂਸਰੀ ਮਾਤਰਾ ਨਾਲ ਲਾ ਦਿੱਤੀ ਕਿ ਅਸਲੀ ਲਫ਼ਜ਼ ਆ, ਪਰ ਤੁਸੀਂ ਬੋਲਣਾ ਜਿਹੜਾ ਜਦੋਂ ਗਾਉਣਾ ਆ, ਗਾਉਣ ਦੇ ਵਿੱਚ ਉਚਾਰਨ ਇਸ ਮਾਤਰਾ ਦਾ ਕਰਨਾ ਆ, ਛੋਟਾ ਜਾਂ ਵੱਡਾ ਜਾਂ ਲਘੂ ਦਾ ਜਾਂ ਦੂਸਰੀ ਦਾ। ਸੋ ਸਾਧ ਸੰਗਤ ਜੀ, ਇਹ ਗੁਰਬਾਣੀ ਤਾਂ ਅਕਥ ਕਥਾ ਆ, ਜਿੰਨੀ ਕੁ ਮਾਲਕ ਸਾਨੂੰ ਸੋਝੀ ਬਖਸ਼ਦਾ ਆਪਾਂ ਉਨੀ ਕੀ ਗੱਲ ਕਰ ਸਕਦੇ ਹਾਂ। ਦਸ਼ਮੇਸ਼ ਪਿਤਾ ਕਹਿੰਦੇ ਚੌਪਈ ਸਾਹਿਬ ਚ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਸੋ ਜਿੰਨੀ ਕੁ ਸਾਨੂੰ ਸੋਝੀ ਹੁੰਦੀ ਆ ਉਨੀ ਕੁ ਆਪਾਂ ਗੱਲ ਕਰਦੇ ਹਾਂ। ਤੇ ਮੈਂ ਵੀ ਸਾਰੀ ਉਮਰ ਜਿਹੜਾ ਪਾਠ ਆ ਉਹ ਤੋਤੇ ਵਾਂਗੂ ਕਰਦੀ ਰਹੀ ਹਾਂ, ਤੇ ਇਹਦੇ ਸ਼ੁੱਧ ਉਚਾਰਨ ਦੀ ਸੋਝੀ ਮੈਨੂੰ ਬੜੀ ਦੇਰ ਬਾਅਦ ਆਈ। ਤੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ, ਫਿਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਕੁਛ ਸੋਝੀ ਆਈ, ਕੁਛ ਸਮਝ ਲੱਗੀ। ਫਿਰ ਜਦੋਂ ਗੁਰੂ ਸਾਹਿਬ ਦੇ 1430 ਅੰਗਾਂ ਦੇ ਦਰਸ਼ਨ ਕੀਤੇ, ਥੋੜੀ ਹੋਰ ਸੋਝੀ ਆ ਗਈ। ਤੇ ਅਜੇ ਆਪਾਂ ਸਿੱਖੀ ਜਾਂਦੇ ਹਾਂ, ਆਪਾਂ ਸਿੱਖਾਂ ਸਾਰੇ, ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ, ਤੇ ਆਪਾਂ ਤਾਂ ਸਾਰੀ ਉਮਰ ਹੀ ਸਿੱਖਦੇ ਰਹਿਣਾ। ਤੇ ਪਰ ਮੈਂ ਦੇਖਿਆ ਕਿ ਜਦੋਂ ਆਪਾਂ ਪਾਠ ਜਵਾਨੀ ਦੀ ਬਜਾਏ ਨਾ ਆਪਾਂ ਗੁਟਕਾ ਸਾਹਿਬ ਤੋਂ ਕਰੀਏ, ਥੋੜਾ ਲਗਾ ਮਾਤਰਾ ਵੱਲ ਧਿਆਨ ਦੇ ਕੇ ਕਰੀਏ, ਸ਼ੁਰੂ ਚ ਸਾਨੂੰ ਔਖਾ ਤਾਂ ਲੱਗਣਾ ਹੈ ਨਾ, ਕਿਉਂਕਿ ਸਾਡੇ ਮੂੰਹ ਚੜਿਆ ਹੈ ਤੇ ਅਸੀਂ ਜਿਹੜਾ ਪਾਠ 10 ਮਿੰਟ ਚ ਕਰ ਲੈਂਦੇ ਉਹਨੂੰ ਸਾਨੂੰ 20 ਮਿੰਟ 25 ਮਿੰਟ ਲੱਗਣਗੇ, ਹੈ ਨਾ। ਪਰ ਜਦੋਂ ਸਾਨੂੰ ਅਭਿਆਸ ਹੋ ਗਿਆ, ਫਿਰ ਦੇਖਿਓ ਤੁਸੀਂ, ਸਾਨੂੰ ਇੱਕ ਵੱਖਰਾ ਜਿਹਾ ਆਨੰਦ ਪ੍ਰਾਪਤ ਹੋਣਾ ਪਹਿਲਾਂ ਨਾਲੋਂ। ਫਿਰ ਜਦੋਂ ਕੋਈ ਸੁਖਮਨੀ ਸਾਹਿਬ ਦੇ ਪਾਠ 'ਚ, ਜਪਜੀ ਸਾਹਿਬ ਦੇ ਪਾਠ 'ਚ ਗਲਤੀ ਕਰੂਗਾ, ਉਦੋਂ ਵੀ ਸਾਡਾ ਧਿਆਨ ਜਾਣਾ ਕਿ ਅਸੀਂ ਇਹਦੀ ਗਲਤੀ ਦਾ ਸੁਧਾਰ ਕਰੀਏ, ਹੈ ਨਾ। ਤੇ ਪਰ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਜਿਹੜੇ ਆ ਇੱਥੋਂ ਦੇ ਜੰਮਪਲ ਬੱਚੇ ਆ, ਟੋਰਾਂਟੋ ਵਾਲੇ ਆ, ਆਪਣੇ ਯੁਵਰਾਜ ਹੋਰੀ, ਕੈਲਗਰੀ ਵਾਲੇ ਬੱਚੇ, ਇਹ ਜਦੋਂ ਮੈਂ ਇਹਨਾਂ ਦੇ ਸ਼ਬਦ ਸੁਣਦੀ ਆ ਮੈਨੂੰ ਬੜਾ ਆਨੰਦ ਆਉਂਦਾ। ਇਹ ਬੜੇ ਸ਼ੁੱਧ ਉਚਾਰਨ ਦੇ ਵਿੱਚ ਜਿਹੜੇ ਸ਼ਬਦ ਗਾਇਨ ਕਰਦੇ ਆ, ਤੇ ਮੈਨੂੰ ਲੱਗਦਾ ਕਿ ਅੱਜ ਥੋੜੀ ਜਿਹੀ ਜਦੋਂ ਆਪਾਂ ਸ਼ੁੱਧ ਉਚਾਰਨ ਦੀ, ਸਹੀ ਉਚਾਰਨ ਦੀ ਇੰਪੋਰਟੈਂਸ ਦੱਸ ਦਿੱਤੀ, ਤੇ ਇਹ ਬੱਚੇ ਹੋਰ ਵੀ ਥੋੜਾ ਵੱਧ ਧਿਆਨ ਰੱਖਣਗੇ। ਸੋ ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਆਪਾਂ ਕਿਤੇ ਵੀ ਆਪਣੀਆਂ ਸਿਆਣਪਾਂ ਨਹੀਂ ਵਰਤਣੀਆਂ, ਆਪਾਂ ਸਿਰਫ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੀ ਮੰਨਣਾ ਹੈ। ਤੇ ਇਹਦੇ ਵਿੱਚ ਮੈਨੂੰ ਲੱਗਦਾ 3-4 ਗੱਲਾਂ ਜ਼ਰੂਰੀ ਆ। ਇੱਕ ਤਾਂ ਪਾਠ ਆਪਾਂ ਸਹਿਜ ਨਾਲ ਕਰਨਾ, ਕਾਹਲੀ ਨਹੀਂ ਕਰਨੀ, ਤੇ ਦੂਸਰਾ ਆਪਾਂ ਸ਼ੁੱਧ ਉਚਾਰਨ ਦੇ ਨਾਲ ਕਰਨਾ, ਹੈਨਾ, ਤੇ ਆਪਣੀਆਂ ਕੰਨਾਂ ਦੇ ਨਾਲ ਸੁਣਨਾ, ਹੈਨਾ। ਤੇ ਫਿਰ ਜਿਵੇਂ ਭੱਟੀ ਵੀਰ ਜੀ ਨੇ ਕਿਹਾ ਸੀ, ਡਾਕਟਰ ਸਾਹਿਬ ਨੇ, ਬਈ ਇਹ ਤੇ ਵਿਚਾਰ ਵੀ ਕਰਨੀਆਂ, ਇਹ ਵੀ ਪਹਿਲੂ ਜ਼ਰੂਰੀ ਆ। ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਨੂੰ ਸਹੀ ਪੜ੍ਹਨਾ, ਉਹਨਾਂ ਤੇ ਧਿਆਨ ਦੇਣਾ, ਗੁਰਬਾਣੀ ਦੇ ਸ਼ਬਦਾਂ ਤੇ ਧਿਆਨ ਨੂੰ ਕਿਤੇ ਜਾਣ ਨਹੀਂ ਦੇਣਾ, ਤੇ ਫਿਰ ਇਹ ਤੇ ਵਿਚਾਰ ਵੀ ਕਰਨੀਆਂ, ਤੇ ਵਿਚਾਰ ਤੋਂ ਬਾਅਦ ਗੁਰਬਾਣੀ ਤੇ ਅਮਲ ਵੀ ਕਰਨਾ, ਤਾਂ ਹੀ ਸਾਡੀ ਜ਼ਿੰਦਗੀ 'ਚ ਕੋਈ ਤਬਦੀਲੀ ਆ ਸਕਦੀ। ਸਾਧ ਸੰਗਤ ਜੀ, ਇੱਕ ਵਾਰੀ ਮਸਕੀਨ ਸਾਹਿਬ ਆਪਣੀ ਕਥਾ 'ਚ ਕਹਿ ਰਹੇ ਸੀਗੇ, ਕਹਿੰਦੇ 15-15 ਘੰਟੇ ਰੋਜ਼ਾਨਾ ਪਾਠ ਕਰਨ ਵਾਲੇ ਪਾਠੀਆਂ ਦੇ ਜੀਵਨ 'ਚ ਵੀ ਮੈਂ ਦੇਖਦਾ ਵੀ ਕੋਈ ਤਬਦੀਲੀ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਉਹ ਪਾਠ ਦੂਜਿਆਂ ਲਈ ਕਰਦੇ, ਆਪਣੇ ਲਈ ਨਹੀਂ ਕਰਦੇ। ਉਹ ਕਹਿੰਦੇ ਲਗਾਤਾਰ ਰੌਲਾ ਲਾ ਰਹੇ ਆ ਤੇ ਦੂਜਿਆਂ ਲਈ ਪਾਠ ਕਰੀ ਜਾ ਰਹੇ ਆ, ਤੋਤੇ ਵਾਂਗੂ। ਜਿਵੇਂ ਉਹਨਾਂ ਨੂੰ ਅੱਧੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਧਾ ਯਾਦ ਵੀ ਹੋ ਗਿਆ, ਜਵਾਨੀ ਯਾਦ ਵੀ ਹੋ ਗਿਆ, ਕੰਠ ਵੀ ਹੋ ਗਿਆ, ਪਰ ਉਹਨਾਂ ਤੇ ਅਜੇ ਵੀ ਕਾਮ ਕ੍ਰੋਧ ਹਾਵੀ ਰਹਿੰਦਾ, ਅਜੇ ਵੀ ਉਹਨਾਂ ਨੂੰ ਚਿੰਤਾਵਾਂ ਘੇਰੀ ਰੱਖਦੀਆਂ। ਕਿਉਂ ਘੇਰੀ ਰੱਖਦੀਆਂ? ਕਿਉਂਕਿ ਉਹਨਾਂ ਨੇ ਪਾਠ ਆਪਣੇ ਲਈ ਨਹੀਂ ਕੀਤਾ, ਹੈਨਾ। ਆਪ ਨਾ ਧਿਆਨ ਦੇ ਨਾਲ ਉਹਨਾਂ ਨੇ ਬਾਣੀ ਨੂੰ ਇਕਾਗਰਚਿਤ ਹੋ ਕੇ ਪੜ੍ਹਿਆ, ਨਾ ਸੁਣਿਆ, ਤੇ ਨਾ ਹੀ ਉੱਤੇ ਵਿਚਾਰ ਕੀਤਾ, ਅਮਲ ਕੀਤਾ। ਸੋ ਸਾਨੂੰ ਅਖੀਰ ਦੇ ਵਿੱਚ ਆਪਾਂ ਇਹੀ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਤੇ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ, ਤੇ ਗੁਰਬਾਣੀ ਦਾ ਸਹੀ ਉਚਾਰਨ ਦੇ ਨਾਲ ਗੁਰਬਾਣੀ ਪੜ੍ਹਨ ਦੀ ਸਾਨੂੰ ਸਮੱਤ ਬਖਸ਼ਣ, ਤੇ ਗੁਰਬਾਣੀ ਦਾ ਭਾਵ ਸਾਡੇ ਹਿਰਦਿਆਂ ਵਿੱਚ ਵਸਾਉਣ ਦੀ ਵੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੋਲਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਜੀ, ਤੇ ਸੰਗਤ ਬਖਸ਼ਣਹਾਰ ਹੈ, ਤੇ ਖਿਮਾ ਦੀ ਜਾਚਕ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।